ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਉਹ ਦੋ ਜਿਹੜੇ ਸੱਤਾ ਬਲਵੰਡ ਜੀ ਨੇ ਉਹ ਵੀ ਗੁਰੂ ਦੇ ਨਾਲ ਬੈਠੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਦੂਜਾ ਪੱਖ ਆ ਗਿਆ ਹੁਣ ਜਿਹੜਾ ਹੈਡ ਗ੍ਰੰਥੀ ਸਾਹਿਬ ਵਾਲਾ, ਇਹ ਵੀ ਸਾਡੇ ਵਾਸਤੇ ਬੜੀ ਸਤਿਕਾਰਯੋਗ। ਇੱਕ ਬਾਬਾ ਬੁੱਢਾ ਸਾਹਿਬ ਨੂੰ ਇਸ ਸਥਾਨ ਦੇ ਉੱਤੇ ਗ੍ਰੰਥੀ ਥਾਪਿਆ ਗਿਆ ਹੋਵੇ, ਜਿੱਥੇ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੇ ਹਾਂ, ਉੱਥੇ ਉਸ ਮਹਾਨ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ। ਉਹ ਦਿੱਲੀ ਆ ਕੇ ਕੀਰਤਨ ਕਰ ਰਹੇ ਨੇ, ਉੱਥੋਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ, ਜਨਰਲ ਸਕੱਤਰ ਹੋਵੇ, ਕੀਰਤਨ ਨੂੰ ਰੋਕ ਕੇ ਉਹ ਕੋਈ ਐਮਐਲਏ ਆ ਗਿਆ, ਕੋਈ ਮੰਤਰੀ ਆ ਗਿਆ, ਉਹਨਾਂ ਨੂੰ ਸਰੋਪਾ ਦੇਣ ਲੱਗ ਪਏ ਜਾਂ ਵਿੱਚ ਬੋਲਣ ਲੱਗ ਪਏ, ਜਿਹੜਾ ਕਿ ਮਰਿਆਦਾ ਦੇ ਬਿਲਕੁਲ ਉਲਟ ਹੈ। ਉਹਦਾ ਨਾਂ ਸੀ KPS ਗਿੱਲ। ਉਹ ਵੀ ਨਸ਼ੇ ਦੇ ਵਿੱਚ, ਸਤਾ ਦੇ ਨਸ਼ੇ ਵਿੱਚ ਇੰਨਾ ਮਗਰੂਰ ਹੋ ਗਿਆ ਸੀ, ਉਹਨੇ ਕਤਲੋ ਗਾਰਤ ਕੀਤੀ, ਬੱਚੇ ਸਾਡੇ ਘਰਾਂ ਚੋਂ ਕੱਢ ਕੇ ਮਾਰੇ। ਮੈਂ ਸਦਕੇ ਜਾਵਾਂ ਗੁਰੂ ਰਾਮਦਾਸ ਪਾਤਸ਼ਾਹ, ਇਨਸਾਫ ਇਸੇ ਧਰਤੀ ਤੇ ਹੋਇਆ ਜਦੋਂ ਉਹਦੀ ਅੰਤਮ ਅਰਦਾਸ ਸੀ, ਉਹਨੂੰ ਕੀਰਤਨੀਆ ਨਹੀਂ ਮਿਲਿਆ। ਐਕਟਿੰਗ ਜਥੇਦਾਰ ਲਗਾਇਆ ਗਿਆ। ਤੁਸੀਂ ਐਕਟਿੰਗ ਨਹੀਂ ਹੋ, ਤੁਸੀਂ ਕੌਮ ਦੇ ਹੀਰੋ ਹੋ, ਤੁਸੀਂ ਪੰਥ ਦੇ ਲੀਡਰ ਹੋ, ਪੰਥ ਦੀ ਅਗਵਾਈ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਹੈ। ਉਹ ਸਿੱਧੇ ਤੌਰ ਤੇ ਕਹਿ ਰਿਹਾ ਲਵ ਕੁਸ਼ ਦੀ ਆਪਾਂ ਅਨਸਬੰਸ ਹਾਂ। ਤੇ ਜਥੇਦਾਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ, ਤੁਹਾਡੇ ਕੀ ਗੱਲ ਬੰਦ ਹੋ ਗਏ? ਹੁਣ ਸਾਡੇ ਪ੍ਰਬੰਧਕ ਕਹਿੰਦੇ ਨੇ ਭਾਈ ਸਾਹਿਬ ਮੈਂ ਦਾੜੀ ਰੰਗਦਾ, ਕਿਤੇ ਉਹ ਜੀ ਕੋਈ ਗੱਲ ਨਾ ਕਰਨਾ। ਤੇ ਹੁਣ ਇੱਥੇ ਫੈਸਲਾ ਇੱਥੇ ਹੁਣ ਮੇਰਾ ਜਵਾਈ ਅਗਰ ਅੰਦਰ ਧਮਕੀ ਦੇ ਰਿਹਾ ਹੈ, ਅਗਰ ਮੈਂ ਆਪਣੇ ਜਵਾਈ ਨੂੰ ਨੌਕਰੀ ਉਹਦੀ ਬਹਾਲ ਕਰਾਉਣਾ ਚਾਹੁੰਦਾ, ਤੇ ਫੈਸਲਾ ਕਿਵੇਂ ਜਥੇਦਾਰ ਕਰੇਗਾ? ਜਥੇਬੰਦੀ ਦੇ ਪ੍ਰਧਾਨ ਕਹਿ ਰਹੇ ਨੇ ਆਪਣੇ ਆਪ ਨੂੰ, ਮੈਂ ਨਾਮ ਲੈ ਰਿਹਾ ਉਹਨਾਂ ਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਤੁਸੀਂ ਰਾਜ ਕਰੋ ਹਿੰਦੁਸਤਾਨ ਤੇ, ਤੁਸੀਂ ਰਾਜ ਕਰੋ ਪੰਜਾਬ ਤੇ। ਮੈਂ ਹੱਥ ਜੋੜ ਕੇ ਸਾਰੇ ਪੰਥ ਵੱਲੋਂ ਤੁਹਾਨੂੰ ਬੇਨਤੀ ਕਰ ਰਿਹਾ, ਇਸ ਦਰਬਾਰ ਦੇ ਵਿੱਚ ਇੰਟਰਫੇਅਰ ਨਾ ਕਰੋ। ਪ੍ਰਬੰਧਕੀ ਢਾਂਚਾ ਸਾਰਾ ਜ਼ਿੰਮੇਵਾਰ ਹੈ, ਜਿਹੜੇ ਧਮਕੀਆਂ ਦਿੰਦੇ ਨੇ, ਜਿਹੜੇ ਸੌਦੇਬਾਜ਼ੀਆਂ ਕਰਦੇ ਨੇ, ਜਿਹੜੇ ਇਹਨਾਂ ਕੋਲੋਂ ਪੈਸੇ ਲੈਂਦੇ ਨੇ। ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਤੁਹਾਨੂੰ ਇੱਕ ਨਵਾਂ ਪ੍ਰੋਗਰਾਮ ਦੇਣ ਦੇ ਲਈ ਨਵੀਂ ਸ਼ਖਸੀਅਤ ਦੀ ਤਲਾਸ਼ ਦੇ ਵਿੱਚ ਨਿਕਲਦਾ ਹਾਂ। ਅੱਜ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਹੋਇਆ ਹਾਂ, ਤੇ ਮੈਂ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ, ਅਕਸਰ ਤੁਸੀਂ ਉਹਨਾਂ ਨੂੰ ਦੇਖਿਆ ਹੋਵੇਗਾ ਕਿਸੇ ਚੈਨਲ ਦੇ ਜ਼ਰੀਏ ਜਾਂ ਕਿਸੇ ਪ੍ਰੋਗਰਾਮ ਦੇ ਜ਼ਰੀਏ ਜਾਂ ਕਿਸੇ ਮੁਲਾਕਾਤ ਦੇ ਜ਼ਰੀਏ। ਸਰਦਾਰ ਗੁਰਦੀਪ ਸਿੰਘ ਜੀ ਮਿੰਟੂ ਵੀਰ ਜੀ, ਦਿੱਲੀ ਦੀ ਧਰਤੀ ਤੋਂ। ਆਓ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਅਕਸਰ ਜਦੋਂ ਕੋਈ ਪੰਥਕ ਮਾਮਲਾ ਹੁੰਦਾ ਤੇ ਆਪਣੇ ਵਿਊ ਜ਼ਰੂਰ ਦਿੰਦੇ ਹੁੰਦੇ ਨੇ। ਵਿਊ ਦੇਣ ਦਾ ਅੰਦਾਜ਼ ਇਹਨਾਂ ਦਾ ਆਪਣਾ ਹੈ, ਢੰਗ ਇਹਨਾਂ ਦਾ ਆਪਣਾ ਹੈ, ਸ਼ਬਦਾਵਲੀ ਬੜੀ ਮਿੱਠੀ ਵਰਤਦੇ ਨੇ, ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਆਪਣੀ ਗੱਲ ਰੱਖ ਜਾਂਦੇ ਨੇ। ਆਓ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਤੇ ਜਿਹੜਾ ਅਸੀਂ ਵਿਸ਼ਾ ਲਵਾਂਗੇ, ਵਿਸ਼ਾ ਅਸਲ ਦੇ ਅੰਦਰ ਇਹ ਹੈ, ਪਿਛਲੇ ਕੁਝ ਦਿਨਾਂ ਦੇ ਅੰਦਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤੇ ਸਤਿਕਾਰਯੋਗ ਦਰਬਾਰ ਸਾਹਿਬ ਦੇ ਰਾਗੀ ਜਥੇ, ਬੜੀਆਂ ਸ਼ਖਸੀਅਤਾਂ ਪਿਆਰੀਆਂ ਨੇ, ਕਿਹਦਾ ਨਾਮ ਲਵਾਂ, ਜੋ ਸਾਨੂੰ ਰੱਬੀ ਬਾਣੀ ਦਾ ਕੀਰਤਨ ਸੁਣਾਉਂਦੇ ਨੇ। ਤੇ ਜਦੋਂ ਵੀ ਇਹ ਜਥੇ ਕਿਸੇ ਕੀਰਤਨ ਦਰਬਾਰ ਜਾਂ ਕੀਰਤਨ ਸਮਾਗਮ ਦੇ ਵਿੱਚ ਜਾਂਦੇ ਨੇ, ਤੇ ਸੰਗਤਾਂ ਏਅਰਪੋਰਟ ਤੋਂ ਜਿਵੇਂ ਇਹਨਾਂ ਨੂੰ ਲੈਣ ਦੇ ਲਈ ਜਾਂਦੀਆਂ ਨੇ, ਜਿਵੇਂ ਆਓ ਭਗਤ ਹੁੰਦੀ ਹੈ, ਜਿਵੇਂ ਸਵਾਗਤ ਹੁੰਦਾ ਹੈ, ਬਾ ਕਮਾਲ ਹੁੰਦਾ ਉਹ। ਕਿਉਂਕਿ ਕਾਰਨ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਕੀਰਤਨੀਏ ਹੋਣ ਕਰਕੇ ਸੰਗਤਾਂ ਪਲਕਾਂ ਵਿਛਾ ਦਿੰਦੀਆਂ ਨੇ। ਤੇ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਸਾਰੇ ਗੁਰੂ ਕੇ ਕੀਰਤਨੀ ਸਿੰਘਾਂ ਨੇ ਆਪਣਾ ਦਰਦ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਲੈ ਕੇ ਗਏ। ਆ ਉਸ ਮਾਮਲੇ ਤੇ ਇੱਕ ਪੰਛੀ ਝਾਤ ਪਾਉਂਦੇ ਆ, ਤੇ ਸਿੱਖ ਸੰਗਤਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ। ਵੈਸੇ ਮੈਂ ਆਰੰਭਤਾ ਦੇ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਵੀ ਪੰਥਕ ਸ਼ਫਾ ਦੇ ਵਿੱਚ ਵਿਚਰਦੇ ਹਾਂ। ਮੇਰਾ ਮੰਨਣਾ ਇਹ ਹੈ ਕਿ ਜਦੋਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਪਹੁੰਚ ਕਰ ਜਾਂਦਾ ਹੈ, ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਹੀ ਜਥਿਆਂ ਨੂੰ ਵਿਸ਼ਵਾਸ ਵਿੱਚ ਲਿਆ ਜਾਣਾ ਤੇ ਬਿਠਾ ਕੇ ਮਸਲੇ ਹੱਲ ਕਰਨੇ। ਕੌਮ ਨੇ ਬੜੇ ਵੱਡੇ ਮਸਲੇ ਅਕਾਲ ਤਖਤ ਸਾਹਿਬ ਤੇ ਹੱਲ ਕਰ ਦਿੱਤੇ। ਇਹ ਤੇ ਸਾਡੇ ਘਰ ਦਾ ਮਸਲਾ ਹੈ। ਮੇਰਾ ਆਪਣਾ ਮੰਨਣਾ ਇਹ ਹੈ। ਪਰ ਫਿਰ ਵੀ ਸਿੱਖ ਸੰਗਤਾਂ ਦਾ ਮੰਨਣਾ ਕੀ ਹੈ, ਉਹਨਾਂ ਸ਼ਖਸੀਅਤਾਂ ਦਾ ਮੰਨਣਾ ਕੀ ਹੈ ਜਿਹੜੇ ਪਿਛਲੇ 40 50 ਸਾਲ ਤੋਂ ਕੌਮ ਦੀ ਸੇਵਾ ਕਰਦੇ ਆ ਰਹੇ ਨੇ। ਆਓ ਜਾਣਦੇ ਹਾਂ। ਸਰਦਾਰ ਗੁਰਦੀਪ ਸਿੰਘ ਜੀ ਮਿੰਟੂ ਵੀਰ ਜੀ, ਦਿੱਲੀ ਦੀ ਧਰਤੀ ਤੋਂ,
ਆਓ ਸਭ ਤੋਂ ਪਹਿਲਾਂ ਵੀਰ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਮੈਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਬੜਾ ਚੰਗਾ ਲੱਗਾ ਜੀ ਤੁਹਾਡੇ ਨਾਲ ਮਿਲ ਕੇ। ਵੀਰ ਜੀ ਪਿਛਲੇ ਕੁਝ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਇਹਨਾਂ ਨੂੰ ਟੋਕਿਆ ਜਾਣਾ ਜਾਂ ਇਹਨਾਂ ਨੂੰ ਕੋਈ ਗਲਤ ਸ਼ਬਦਾਵਲੀ ਦੀ ਵਰਤੋਂ ਕਰਨੀ, ਕਿਉਂਕਿ ਤੁਹਾਨੂੰ ਵੀ ਪਤਾ ਵੀ ਕੀਰਤਨ ਇੱਕ ਮਾਹੌਲ ਹੈ। ਮੈਂ ਇੱਥੇ ਦਰਸ਼ਕਾਂ ਦੇ ਨਾਲ ਵੀ ਛੋਟੀ ਜਿਹੀ ਗੱਲ ਸਾਂਝੀ ਕਰਦੇ ਹਾਂ। ਕਿਸੇ ਕੀਰਤਨੀਏ ਨੂੰ ਕਿਸੇ ਨੇ ਪੁੱਛਿਆ ਸੀ, ਕਹਿੰਦੇ ਭਾਈ ਸਾਹਿਬ ਤੁਸੀਂ ਸੰਗਤ ਨੂੰ ਕਿਸ ਦਿਨ ਨਿਹਾਲ ਕਰ ਦਿੰਦੇ ਹੋ? ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸੀ, ਕਹਿੰਦੇ ਜਿੱਦਣ ਕੀਰਤਨ ਕਰਦਾ ਮੈਂ ਆਪ ਨਿਹਾਲ ਹੋ ਜਾ, ਮੇਰਾ ਮਨ ਕਹਿੰਦਾ ਸੰਗਤ ਵੀ ਨਿਹਾਲ ਹੋ ਗਈ ਹੋਣੀ ਹੈ। ਹੁਣ ਇਹਦਾ ਮਤਲਬ ਕਿ ਅੰਦਰ ਜੇ ਸਾਡਾ ਜੁੜਿਆ ਹੋਵੇਗਾ ਤਾਂ ਹੀ ਕੋਈ ਅੱਗੇ ਜੁੜੇਗਾ। ਮੇਰੇ ਅੰਦਰ ਆਨੰਦ ਨਹੀਂ, ਮੈਂ ਆਨੰਦ ਦੀ ਗੱਲ ਕਿਵੇਂ ਕਰਾਂਗਾ? ਮੇਰੇ ਅੰਦਰ ਖੁਦ ਇਹ ਸਹਿਜ ਨਹੀਂ, ਮੈਂ ਸਹਿਜ ਦੀ ਗੱਲ ਕਿਵੇਂ ਕਰਾਂਗਾ? ਸੋ ਕੀਰਤਨ ਨੂੰ ਇੱਕ ਠਹਿਰਾ ਕੀਰਤਨੀਆਂ ਨੂੰ ਜਿਹੜਾ ਚਾਹੀਦਾ ਹੁੰਦਾ ਹੈ, ਜਦੋਂ ਕੋਈ ਟੋਕ ਦੇਵੇ ਜਾਂ ਕੀਰਤਨੀਏ ਦੇ ਮਨ ਦੇ ਵਿੱਚ ਇਹ ਹੋਵੇ ਵੀ ਇਹ ਸ਼ਖਸ ਮੈਨੂੰ ਟੋਕੇਗਾ, ਤੇ ਮੇਰੇ ਖਿਆਲ ਦੇ ਵਿੱਚ ਉਦੋਂ ਇੱਕ ਬੰਦਾ ਜੁੜ ਸਕਦਾ ਹੈ। ਇਹ ਮਾਮਲਾ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕੀਤਾ। ਪਿਛਲੇ ਦਿਨਾਂ ਦੇ ਵਿੱਚ ਗੁਰੂ ਕੇ ਕੀਰਤਨੀਆਂ ਨੇ ਅਕਾਲ ਤਖਤ ਸਾਹਿਬ ਤੇ ਆਪਣੀ ਪਹੁੰਚ ਕਰਕੇ ਗੱਲ ਕੀਤੀ ਸੀ ਕਿ ਸਾਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਕੀਰਤਨ ਕਰਦਿਆਂ ਨੂੰ ਟੋਕਦੇ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਹਰਪ੍ਰੀਤ ਸਿੰਘ ਮੱਖੂ ਜੀ, ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਦਾ ਜੀ ਕਿ ਮੈਂ ਅੱਜ ਇੱਕ ਵਿਦਵਾਨ ਔਰ ਇੱਕ ਪੱਤਰਕਾਰ ਔਰ ਇੱਕ ਸੂਝਵਾਨ ਮਿਹਰਬਾਨੀ। ਉਸ ਸ਼ਖਸੀਅਤ ਦੇ ਸਾਹਮਣੇ ਬੈਠ ਕੇ ਮੈਨੂੰ ਸਤਿਗੁਰੂ ਕਿਰਪਾ ਕਰਨ, ਇਹ ਸਮਰੱਥਾ ਬਖਸ਼ਣ ਕਿ ਬਈ ਤੁਹਾਨੂੰ ਮੈਂ ਬਹੁਤ ਸੁਣਦਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਤਿਗੁਰਾਂ ਦਾ ਧੰਨਵਾਦ ਕਰਦਾ ਕਿ ਮੈਂ ਤੁਹਾਡੇ ਸਨਮੁਖ ਬਹਿ ਕੇ ਤੁਹਾਡੀਆਂ ਗੱਲਾਂ ਦਾ ਅੱਜ ਮੈਂ ਉੱਤਰ ਦੇ ਰਿਹਾ, ਜਵਾਬ ਦੇ ਰਿਹਾ। ਬੜਾ ਵਿਸ਼ਾ ਜਿਹੜਾ ਤੁਸੀਂ ਲਿਆ ਨਾ ਉਹ ਬਾ ਕਮਾਲ ਲਿਆ। ਦੇਖੋ, ਗਹਿਰਾਈ ਦੇ ਵਿੱਚ ਜਾਣਾ ਇਹੀ ਪੱਤਰਕਾਰਤਾ ਹੈ ਜੀ। ਉਦਾਹਰਨ ਦੇ ਤੌਰ ਤੇ ਮੈਂ ਦੇ ਦੇਣਾ, ਸਾਰਾ ਤੁਸੀਂ ਵੇਰਵਾ ਜਿੱਥੋਂ ਵੀ ਸ਼ੁਰੂ ਕਰੋਗੇ ਜਿੱਥੇ ਖਤਮ ਕਰੋਗੇ, ਮਾਮਲਾ ਪ੍ਰਬੰਧਕੀ ਢਾਂਚੇ ਦੇ ਉੱਤੇ ਆ ਜਾਂਦਾ। ਪ੍ਰਬੰਧਕੀ ਢਾਂਚੇ ਦੇ ਉੱਤੇ ਆ ਜਾਂਦਾ। ਤੁਹਾਨੂੰ ਬੜੀਆਂ ਉਦਾਹਰਨਾਂ ਮਿਲੀਆਂ ਹੋਣਗੀਆਂ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਕੀਰਤਨੀਏ ਕਰ ਰਹੇ ਨੇ ਕੀਰਤਨ ਦਿੱਲੀ ਆ ਕੇ, ਮੈਂ ਦਿੱਲੀ ਨੂੰ ਬਿਲੋਂਗ ਕਰਦਾ ਜੀ, ਉਹ ਦਿੱਲੀ ਆ ਕੇ ਕੀਰਤਨ ਕਰ ਰਹੇ ਨੇ। ਉੱਥੋਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ, ਜਨਰਲ ਸਕੱਤਰ ਹੋਵੇ, ਕੀਰਤਨ ਨੂੰ ਰੋਕ ਕੇ ਉਹ ਕੋਈ ਐਮਐਲਏ ਆ ਗਿਆ, ਕੋਈ ਮੰਤਰੀ ਆ ਗਿਆ, ਉਹਨਾਂ ਨੂੰ ਸਰੋਪਾ ਦੇਣ ਲੱਗ ਪਏ ਜਾਂ ਵਿੱਚ ਬੋਲਣ ਲੱਗ ਪਏ, ਜਿਹੜਾ ਕਿ ਮਰਿਆਦਾ ਦੇ ਬਿਲਕੁਲ ਉਲਟ ਹੈ ਜੀ। ਸੇਮ ਵਿਸ਼ਾ ਅੱਜ ਮੈਂ 5 ਮਹੀਨੇ ਦੇ ਬਾਅਦ, ਕਿਉਂਕਿ ਆਪ ਜੀ ਨੂੰ ਪਤਾ ਹੈ ਜਿਹੜੀ ਵਿਪਤਾ ਸਾਹਮਣੇ ਆਈ ਹੈ, ਜੋ ਬਿਮਾਰੀ ਚੱਲ ਰਹੀ ਹੈ, ਜਿਹੜੀ ਆਪਦਾ ਆਈ ਹੈ, ਅਸੀਂ ਨਹੀਂ ਆ ਸਕੇ ਦਿੱਲੀੋਂ, ਪਰ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰਨ ਆਇਆ। ਔਰ ਇੱਥੋਂ ਦੇ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਕੀਰਤਨੀਏ ਨੇ, ਹਜ਼ੂਰੀ ਰਾਗੀ ਨੇ ਜੀ, ਦਿੱਲੀ ਨੂੰ ਛੱਡ ਦਿਓ, ਪੂਰੇ ਸੰਸਾਰ ਦੇ ਵਿੱਚ ਇਹ ਜਦੋਂ ਵੀ ਕਿਸੇ ਵੀ ਸਟੇਟ ਵਿੱਚ ਕਿਸੇ ਸ਼ਹਿਰ ਵਿੱਚ ਪਹੁੰਚਦੇ ਨੇ, ਬਿਲਕੁਲ ਸਹੀ ਕਿਹਾ, ਲੋਕੀ ਪਲਕਾਂ ਵਿਛਾ ਕੇ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਨੇ। ਔਰ ਲੰਗਰ ਪ੍ਰਸ਼ਾਦੀ ਟਹਿਲ ਹਾਰ ਲੈ ਕੇ ਆਣਾ, ਹਾਂਜੀ, ਲੰਗਰ ਪ੍ਰਸ਼ਾਦੀ ਦੀ ਵਰਖਾ ਕਰਨੀ, ਲੰਗਰ ਪ੍ਰਸ਼ਾਦੀ ਟਹਿਲ ਸੇਵਾ ਜੋ ਪਰਿਵਾਰਾਂ ਕੋਲ ਸੁੱਝਦੀ ਏ ਉਹ ਇਹਨਾਂ ਦੀ ਕੀਤੀ ਜਾਂਦੀ। ਕਿਉਂ ਕੀਤੀ ਜਾਂਦੀ ਏ? ਇਹ ਉਸ ਸਥਾਨ ਤੇ ਬੈਠ ਕੇ ਕੀਰਤਨ ਕਰਦੇ ਨੇ ਜਦੋਂ ਸੱਤਾ ਬਲਵੰਡ ਜੀ ਵਾਲਾ ਇਤਿਹਾਸ ਦੇ ਵਿੱਚ ਅਸੀਂ ਜ਼ਿਕਰ ਆਉਂਦਾ ਹੈ। ਉਹ ਜਦੋਂ ਉਹਨਾਂ ਨਾਲ ਉਸ ਥੋੜਾ ਜਿਹਾ ਸਮਾਂ, ਉਹ ਇਤਿਹਾਸ ਤੋਂ ਆਪ ਜੀ ਜਾਣੂ ਹੋ, ਪਰ ਲੇਕਿਨ ਮੇਰੇ ਪਾਤਸ਼ਾਹ ਨੇ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਜੀ ਗੁਰੂ ਅਰਜਨ ਪਾਤਸ਼ਾਹ ਨੇ ਬੈਠ ਕੇ ਉਸ ਸਥਾਨ ਤੇ ਕੀਰਤਨ ਕੀਤਾ। ਹੁਣ ਇੱਕ ਪੱਖ ਤੇ ਆ ਗਿਆ ਇਹਨਾਂ ਦਾ, ਕਿਉਂਕਿ ਕੀਰਤਨੀਆਂ ਦਾ ਵੀ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਉਹ ਦੋ ਜਿਹੜੇ ਸੱਤਾ ਬਲਵੰਡ ਜੀ ਨੇ ਉਹ ਵੀ ਗੁਰੂ ਦੇ ਨਾਲ ਬੈਠੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਦੂਜਾ ਪੱਖ ਆ ਗਿਆ ਹੁਣ ਜਿਹੜਾ ਹੈਡ ਗ੍ਰੰਥੀ ਸਾਹਿਬ ਵਾਲਾ, ਇਹ ਵੀ ਸਾਡੇ ਵਾਸਤੇ ਬੜੀ ਸਤਿਕਾਰਯੋਗ। ਇੱਕ ਬਾਬਾ ਬੁੱਢਾ ਸਾਹਿਬ ਨੂੰ ਇਸ ਸਥਾਨ ਦੇ ਉੱਤੇ ਗ੍ਰੰਥੀ ਥਾਪਿਆ ਗਿਆ ਹੋਵੇ, ਜਿੱਥੇ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੇ ਹਾਂ, ਉੱਥੇ ਉਸ ਮਹਾਨ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ। ਵੀ ਉਹ ਬਾਬਾ ਬੁੱਢਾ ਸਾਹਿਬ ਨੇ 12 ਸਾਲ ਦੀ ਉਮਰ ਤੋਂ ਲੈ ਕੇ 125 ਸਾਲ ਦੀ ਉਮਰ ਤੱਕ ਐਡਾ ਲੰਬਾ ਸਮਾਂ ਗੁਰੂ ਨਾਨਕ ਦੇ ਚਰਨਾਂ ਨੂੰ ਸਮਰਪਿਤ ਰਹੇ। ਹੁਣ ਪੱਖ ਦੋਨੋਂ ਹੀ ਸਤਿਕਾਰਯੋਗ ਨੇ, ਪੱਖ ਦੋਨੋਂ ਹੀ ਸਤਿਕਾਰਯੋਗ ਨੇ। ਜ਼ਿੰਮੇਵਾਰ ਪ੍ਰਬੰਧਕ ਢਾਂਚਾ ਹੈ। ਮੈਂ ਮੱਖੂ ਸਾਹਿਬ, ਮੈਂ ਤੁਹਾਨੂੰ, ਮੈਂ ਹਰਪ੍ਰੀਤ ਸਿੰਘ ਜੀ, ਮੈਂ ਮੱਖੂ ਸਾਹਿਬ ਕਰਕੇ ਸੰਬੋਧਨ ਕਰ ਰਿਹਾ, ਮੈਂ ਮਾਫੀ ਚਾਹਨਾ। ਮੈਂ ਮੱਖੂ ਸਾਹਿਬ ਇੱਕ ਗੱਲ ਕਲੀਅਰ ਕਰ ਦੇਣਾ ਚਾਹਨਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜਾ ਤੁਸੀਂ ਨਾਮ ਲਿਆ ਅਕਾਲ ਤਖਤ ਸਾਹਿਬ, ਹਰ ਸਿੱਖ ਚਾਹੇ ਉਹ ਵਿਸ਼ਵ ਵਿੱਚ ਕਿਤੇ ਵੀ ਬੈਠਾ ਹੈ, ਉਹ ਅਕਾਲ ਤਖਤ ਸਾਹਿਬ ਦੇ ਉੱਤੇ ਨਮਸਕਾਰ ਕਰਦਾ ਵੀ ਸਿੱਖ
ਸਿੱਖ ਕੌਮ ਵਾਸਤੇ ਇੱਕ ਐਸਾ ਉਹ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਸਾਜਿਆ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿ ਤੁਹਾਨੂੰ ਕੋਈ ਵੀ ਮਸਲਾ ਹੋਵੇ ਤੇ ਤੁਸੀਂ ਉੱਥੇ ਜਾ ਕੇ ਆਪਣੀ ਅਪੀਲ ਸੁਲਝਾ ਕਰੋ। ਸਕਦੇ ਹੋ। ਮੈਂ ਇਹਨਾਂ ਨੂੰ ਧੰਨਵਾਦ ਕਰਦਾ, ਓਂਕਾਰ ਸਿੰਘ ਜੀ, ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਇਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ। ਇਹਨਾਂ ਨੇ ਬੜੇ ਡਿਸਪਲਿਨ ਦੇ ਵਿੱਚ ਜਾ ਕੇ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਲਿਖਤੀ ਰੂਪ ਵਿੱਚ ਦਿੱਤਾ। ਔਰ ਮੈਂ ਸੁਣਿਆ, ਆਪਣੇ ਕੰਨਾਂ ਨਾਲ ਸੁਣਿਆ, ਅੱਖਾਂ ਨਾਲ ਦੇਖਿਆ। ਪੱਤਰਕਾਰਾਂ ਨੂੰ ਬਿਲਕੁਲ ਇਹਨਾਂ ਨੇ ਅਵਾਇਡ ਕੀਤਾ, ਭਾਈ ਅਸੀਂ ਸਾਡੀ ਜਿਹੜੀ ਐਪਲੀਕੇਸ਼ਨ ਹੈ ਅਕਾਲ ਤਖਤ ਸਾਹਿਬ ਕੋਲ ਆ ਗਈ ਹੈ। ਪਰ ਮੈਂ ਹੁਣ ਪੁੱਛਣਾ ਚਾਹਨਾ ਦੂਜੇ ਪੱਖ ਕੋਲੋਂ, ਜਿਹਦੇ ਵਿੱਚ ਪ੍ਰਬੰਧਕੀ ਢਾਂਚੇ ਦੇ ਨਾਲ ਨਾਲ ਉਹ ਸ਼ਖਸੀਅਤ ਜਿਹੜੀ ਅੱਜ ਮੁਖੀ ਹੈ ਹੈੱਡ ਗ੍ਰੰਥੀ ਸਾਹਿਬ ਨੇ, ਭਈ ਜਦੋਂ ਇਹ ਗੱਲ ਪਹੁੰਚ ਗਈ ਸੀ ਫਿਰ ਇਹੋ ਜਿਹੀ ਕਿਹੜੀ ਘਟਨਾ ਵਾਪਰ ਗਈ ਕਿ ਆਪ ਜੀ ਦਾ ਜਿਹੜਾ ਦਮਾਦ ਹੈ, ਮੈਂ ਇਸ ਵਿਸ਼ੇ 'ਚ ਵੀ ਨਹੀਂ ਜਾਂਦਾ ਕਿ ਉਹ ਤਬਲਾ ਵਾਚਕ ਹੈ ਜਾਂ ਕੋਈ ਕੀਰਤਨੀਆ ਜਾਂ ਕੌਣ ਹੈ। ਮੈਂ ਇੱਕ ਗੱਲ ਰੱਖਣਾ ਉਹਨਾਂ ਦੇ ਸਨਮੁਖ ਜ਼ਰੂਰ ਚਾਹਨਾ ਕਿ ਇਹੋ ਜਿਹੀ ਕਿਹੜੀ ਉਹਨੂੰ ਕਿਹਨੇ ਸ਼ਹਿ ਦੇ ਦਿੱਤੀ ਸੀ ਕਿ ਉਹ ਰਾਗੀ ਸਭਾ ਦੇ ਮੁਖੀ ਨੂੰ ਗੁਰੂ ਘਰ ਦੇ ਅੰਦਰ ਹਜ਼ੂਰੀ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਧਮਕੀ ਦੇ ਰਿਹਾ ਔਰ ਬਹੁਤ ਹੀ ਅਪਸ਼ਬਦ ਬੋਲੇ ਗਏ ਨੇ। ਅੱਜ ਪੰਥ ਵੇਖ ਰਿਹਾ, ਪੰਥ ਤੁਹਾਡੇ ਵੱਲ ਵੇਖ ਰਿਹਾ। ਔਰ ਮੈਂ ਹਰਪ੍ਰੀਤ ਸਿੰਘ ਜੀ, ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖਾਸ ਕਰਕੇ ਅਪੀਲ ਕਰਨਾ ਚਾਹੁੰਦਾ, ਇਤਿਹਾਸ ਉਹਨਾਂ ਦਾ ਲਿਖਿਆ ਗਿਆ ਜਿਨ੍ਹਾਂ ਨੇ ਕੋਈ ਸਟੈਂਡ ਲਿਆ ਜੀ। ਤੁਹਾਡੇ ਕੋਲ ਅੱਜ ਐਪਲੀਕੇਸ਼ਨ ਆਇਆ ਕਿੰਨੇ ਦਿਨ ਹੋ ਗਏ ਨੇ, ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ, ਮੈਂ ਉਦਾਹਰਨ ਦੇ ਤੌਰ ਤੇ ਦੇ ਦਿਆਂ। ਇੱਥੇ ਪੰਜਾਬ ਦਾ ਇੱਕ ਡੀਜੀਪੀ ਸੀ, ਉਹਦਾ ਨਾਂ ਸੀ KPS ਗਿੱਲ। ਉਹ ਵੀ ਨਸ਼ੇ ਦੇ ਵਿੱਚ, ਸੱਤਾ ਦੇ ਨਸ਼ੇ ਵਿੱਚ ਇੰਨਾ ਮਗਰੂਰ ਹੋ ਗਿਆ ਸੀ, ਉਹਨੇ ਕਤਲੋਗਾਰਤ ਕੀਤੀ, ਬੱਚੇ ਸਾਡੇ ਘਰਾਂ ਚੋਂ ਕੱਢ ਕੇ ਮਾਰੇ। ਮੈਂ ਸਦਕੇ ਜਾਵਾਂ, ਗੁਰੂ ਰਾਮਦਾਸ ਪਾਤਸ਼ਾਹ, ਇਨਸਾਫ ਇਸੇ ਧਰਤੀ ਤੇ ਹੋਇਆ ਜਦੋਂ ਉਹਦੀ ਅੰਤਮ ਅਰਦਾਸ ਸੀ। ਉਹਨੂੰ ਕੀਰਤਨੀਆ ਨਹੀਂ ਮਿਲਿਆ, ਉਹਨੂੰ ਕੀਰਤਨੀਆ ਰਾਮ ਰਹੀਮ ਦੇ ਉੱਥੋਂ, ਰਾਮ ਰਹੀਮ ਦੇ ਕੀਰਤਨ ਕਰਨ ਵਾਲਾ ਕੀਰਤਨੀਆ ਅੰਤਮ ਅਰਦਾਸ ਵਾਸਤੇ ਮਿਲਿਆ। ਇਹ ਜੇ ਕੀਰਤਨੀਆ ਹੀ ਅੱਜ ਕੋਈ ਮੰਗ ਕਰ ਰਹੇ ਨੇ ਤੇ ਅਸੀਂ ਇਹਨਾਂ ਦੀ ਮੰਗ ਦੇ ਬਾਰੇ ਕੀ ਸੋਚ ਰਹੇ ਹਾਂ? ਹਰਪ੍ਰੀਤ ਸਿੰਘ ਜੀ, ਖੁੱਲ ਕੇ ਸਾਹਮਣੇ ਆਓ। ਤੁਸੀਂ ਜਿਹੜਾ ਮੈਂ ਤਾਂ ਤੁਹਾਨੂੰ ਸਵਾਲ ਕਰਦਾ ਵੀ ਤੁਸੀਂ ਕਿਉਂ ਕਿਸੇ ਕੋਲੋਂ ਡਰਦੇ ਹੋ? ਤੁਹਾਡੀ ਜਿਸ ਅਹੁਦੇ ਤੇ ਤੁਸੀਂ ਬਿਰਾਜਮਾਨ ਹੋ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਅੱਜ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਕੀਰਤਨੀਏ ਤੁਹਾਡੇ ਕੋਲੋਂ ਹੱਥ ਜੋੜ ਕੇ ਇਨਸਾਫ ਦੀ ਮੰਗ ਕਰ ਰਹੇ ਨੇ। ਦੋਨਾਂ ਧਿਰਾਂ ਨੂੰ ਬਿਠਾ ਕੇ ਕਹੋ, ਭਾਈ ਤੇਰਾ ਆਹ ਡਿਊਟੀ ਆ, ਤੇਰੀ ਆਹ ਡਿਊਟੀ ਜੀ। ਹੁਣ ਜੇ ਆਹ ਚੀਜ਼ ਹੋਈ ਹੈ ਤੇ ਅੱਗੇ ਤੋਂ ਨਾ ਹੋਵੇ। ਬਿਲਕੁਲ ਮੈਂ ਤੁਹਾਡੀ ਗੱਲ ਰੋਕਦਾ ਵਾਂ। ਦਰਸ਼ਕੋ, ਬੜੇ ਧਿਆਨ ਦੇ ਨਾਲ ਗੱਲ ਨੂੰ ਲੈਣਾ, ਕਿਉਂਕਿ ਜਦੋਂ ਕੋਈ ਵਿਵੇਕੀ ਸਿੰਘ ਹੁੰਦੇ ਨੇ ਉਹ ਬੜੇ ਵਿਵੇਕ ਦੇ ਵਿੱਚੋਂ ਗੱਲ ਕੱਢਦੇ ਨੇ, ਕਿਉਂਕਿ ਵਿਵੇਕ ਦਾ ਸੰਬੰਧ ਇਕੱਲੇ ਭੋਜਨ ਨਾਲ ਨਹੀਂ ਹੁੰਦਾ ਵੀ ਆਹ ਖਾਣਾ ਤੇ ਆਹ ਨਹੀਂ ਖਾਣਾ। ਇਹ ਵਿਵੇਕ ਹੈ। ਅਸਲ ਦੇ ਵਿੱਚ ਕੀ ਮੈਂ ਬੋਲਣਾ ਤੇ ਕੀ ਨਹੀਂ ਬੋਲਣਾ, ਇਹ ਵਿਵੇਕ ਹੈ। ਕੀ ਵੇਖਣਾ ਤੇ ਕੀ ਨਹੀਂ ਵੇਖਣਾ, ਵਿਵੇਕ ਹੈ। ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਇਹ ਵਿਵੇਕ ਹੈ। ਕੀ ਪਹਿਨਣਾ ਤੇ ਕੀ ਨਹੀਂ ਪਹਿਨਣਾ, ਮੇਰੇ ਵਿਵੇਕ ਦੇ ਵਿੱਚੋਂ ਸਾਰੀਆਂ ਗੱਲਾਂ ਆਉਂਦੀਆਂ ਨੇ। ਜਦੋਂ ਕੋਈ ਵਿਵੇਕ ਵਾਲੇ ਪੁਰਸ਼ ਗੱਲ ਕਰਦੇ ਨੇ ਨਾ, ਉਹ ਬੜੀ ਇਮਾਨਦਾਰੀ ਨਾਲ ਗੱਲ ਕਰਦੇ ਨੇ। ਹੁਣ ਸਤਿਕਾਰਯੋਗ ਵੀਰ ਜੀ ਨੇ ਗੱਲ ਕੀਤੀ ਹੈ, ਕਹਿੰਦੇ ਕਿ ਦੋਵੇਂ ਅਹੁਦੇ ਹੀ ਬੜੇ ਸਤਿਕਾਰਯੋਗ ਨੇ। ਜੇ ਗੁਰੂ ਕੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਬੈਠਦੇ ਨੇ ਤੇ ਅਸੀਂ ਉੱਥੇ ਵੀ ਇਹ ਗੱਲ ਕਹਿੰਦੇ ਆ ਕਿ ਬਾਬਾ ਬੁੱਢਾ ਜੀ ਦੀ ਪਦਵੀ, ਤੇ ਕਹਿੰਦੇ ਜੇ ਗੁਰੂ ਕੇ ਕੀਰਤਨੀਆਂ ਨਾਲ ਬੈਠਦੇ ਨੇ ਤੇ ਅਸੀਂ ਉੱਥੇ ਵੀ ਗੱਲ ਕਹਿੰਦੇ ਆ ਕਿ ਇੱਥੇ ਕਦੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਨ ਕੀਤਾ ਹੈ। ਇਹ ਸੱਤਾ ਬਲਵੰਡ ਜੀ ਦੀ ਪਦਵੀ ਦੇ ਉੱਪਰ ਨੇ। ਤੇ ਸੱਤਾ ਤੇ ਬਲਵੰਡ ਜੀ ਉਹ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਹੈ। ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਜਦੋਂ ਕਦੀ ਵੀ ਸਿੱਖ ਪੰਥ ਦੇ ਵਿੱਚੋਂ ਕੋਈ ਵੀ ਸ਼ਖਸੀਅਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਆ, ਸਜਦਾ ਕਰਦੇ ਆ, ਤੇ ਚੇਤੇ ਰੱਖਿਆ ਜੇ ਗੁਰੂ ਕੇ ਕੀਰਤਨੀਆਂ ਨੂੰ ਵੀ ਉਸ ਵੇਲੇ ਸਜਦਾ ਹੋ ਰਿਹਾ ਹੁੰਦਾ ਸਾਡਾ। ਬੜੀ ਮਹਾਨ ਸ਼ਖਸੀਅਤ ਨੇ। ਵੀਰ ਜੀ ਨੇ ਬੜੀ ਪਿਆਰੀ ਗੱਲ ਕੀਤੀ ਹੈ ਵੀ ਦੋਵੇਂ ਸ਼ਖਸੀਅਤਾਂ ਬੜੀਆਂ ਮਹਾਨ ਨੇ। ਕਮਜ਼ੋਰੀ ਕਿੱਥੇ ਆ ਗਈ? ਮੈਨੇਜਮੈਂਟ ਦੀ ਕਮਜ਼ੋਰੀ ਆ ਗਈ। ਵੀ ਜੇ ਕੋਈ ਮਸਲਾ ਪਹਿਲਾਂ ਆ ਚੁੱਕਾ ਹੈ ਤੇ ਉਸੇ ਦਿਨ ਸੁਲਝਾਇਆ ਜਾਂਦਾ ਤਾਂ ਕਿ ਮਸਲਾ ਇੱਥੋਂ ਤੱਕ ਆਉਂਦਾ ਕੀ ਨਾ। ਪਰ ਸਵਾਲ ਦੂਸਰੇ ਪਾਸੇ ਆ ਜਾਂਦਾ ਹੈ। ਮੈਂ ਵੀ ਉਹ ਇੰਟਰਵਿਊ ਸੁਣ ਰਿਹਾ ਸਾਂ ਜਿਹਦੇ ਵਿੱਚ ਗੁਰੂ ਕੇ ਕੀਰਤਨੀਆਂ ਨੂੰ ਪੱਤਰਕਾਰ ਬੁਲਾਉਣਾ ਚਾਹ ਰਹੇ ਨੇ। ਦੇਖੋ, ਪੱਤਰਕਾਰ ਦਾ ਕੰਮ ਹੁੰਦਾ ਅਗਲੇ ਨੂੰ ਥੋੜਾ ਬਹੁਤਾ ਟਟੋਲਣਾ, ਵੀ ਬੋਲੇ, ਉਹਨੂੰ ਕੁਰੇਦਣਾ, ਵੀ ਬੋਲੇ ਅਗਲਾ। ਉਹ ਬਾਰ-ਬਾਰ ਕਹਿ ਰਹੇ ਸਨ ਮਾਮਲਾ ਦੱਸੋ, ਮਾਮਲਾ ਦੱਸੋ। ਤੇ ਗੁਰੂ ਕੇ ਕੀਰਤਨੀਆਂ ਸਾਰਿਆਂ ਨੇ ਜਿਹੜੀ ਗੱਲ ਕਹੀ, ਮੈਂ ਬੜਾ ਹੈਰਾਨ ਹੋਇਆ ਵੀ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ, ਸੰਜਮ ਦੇ ਵਿੱਚ ਰਹਿ ਕੇ, ਮਰਿਆਦਾ ਵਿੱਚ ਰਹਿ ਕੇ, ਕਿਉਂਕਿ ਅੱਗ ਚੁੱਲ੍ਹੇ ਦੀ ਮਰਿਆਦਾ ਵਿੱਚ ਰਹੇ ਤੇ ਠੀਕ, ਮਰਿਆਦਾ ਤੋਂ ਬਾਹਰ ਨਿਕਲ ਜਾਵੇ ਤੇ ਲਾਂਬੂ ਲਾ ਦਿੰਦੀ ਹੁੰਦੀ ਏ। ਦਰਿਆ ਦਾ ਪਾਣੀ ਕਿਨਾਰਿਆਂ ਦੀ ਮਰਿਆਦਾ ਵਿੱਚ ਰਹੇ ਤੇ ਠੀਕ, ਨਹੀਂ ਤੇ ਹੜ੍ਹ ਆ ਜਾਂਦਾ ਹੁੰਦਾ, ਬੜਾ ਕੁਝ ਵਹਾ ਕੇ ਲੈ ਜਾਂਦਾ ਹੈ। ਇਹਨਾਂ ਨੇ ਮਰਿਆਦਾ ਵਿੱਚ ਰਹਿ ਕੇ ਗੱਲ ਬੜੀ ਕਮਾਲ ਕਹੀ ਸੀ। ਕਹਿੰਦੇ ਕਿ ਸਾਡੇ ਲਈ ਸਰਵ ਉੱਚ ਹੈ
ਅਕਾਲ ਤਖਤ ਸਾਹਿਬ। ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਾ ਹੈ। ਜੋ ਫੈਸਲਾ ਆਵੇਗਾ ਸਿਰ ਮੱਥੇ ਕਬੂਲ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਕੀ ਬਾਤ ਹੈ, ਵਾਕਈ ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਕੀਰਤਨੀਏ ਨੇ ਜਿਨ੍ਹਾਂ ਨੇ ਬੜਾ ਵਿਵੇਕ ਤੋਂ ਕੰਮ ਲਿਆ। ਪਰ ਥੋੜਾ ਜਿਹਾ ਮਨ ਦੇ ਵਿੱਚ ਮਹਿਸੂਸ ਹੋਇਆ ਵੀ ਆਲ ਵਰਲਡ ਦੇ ਅੰਦਰ ਕਿਸੇ ਜਗ੍ਹਾ ਤੇ ਵੀ ਗੁਰੂ ਘਰ ਦੀ ਮੈਨੇਜਮੈਂਟ ਦਾ ਮਸਲਾ ਹੋਵੇ, ਪ੍ਰਬੰਧ ਦਾ ਮਸਲਾ ਹੋਵੇ, ਕੋਈ ਵੀ ਮਸਲਾ ਹੋਵੇ, ਕਮੇਟੀ ਦਾ ਹੋਵੇ, ਜਦੋਂ ਆਪਸ ਵਿੱਚ ਝਗੜਾ ਪੈ ਜਾਂਦਾ ਹੈ ਨਾ, ਤੇ ਜਿਹੜੀ ਸੱਚੀ ਧਿਰ ਹੁੰਦੀ ਉਹ ਪਤਾ ਕੀ ਕਹਿੰਦੀ ਹੈ, ਤੁਹਾਡੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਕਰਨੀ ਹੈ, ਜੋ ਫੈਸਲਾ ਆਵੇਗਾ ਸਾਨੂੰ ਖਿੜੇ ਮੱਥੇ ਪ੍ਰਮਾਣ। ਮੈਂ ਕਹਿੰਦਾ ਸਿੱਖ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠਾ ਹੋਵੇ, ਉਹਦਾ ਕੋਈ ਮਸਲਾ ਹੋਵੇ, ਉਹ ਕਹਿੰਦਾ ਮੈਂ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਵਾਂਗਾ, ਘੱਟੋ ਘੱਟ ਨਿਆਂ ਹੋਵੇਗਾ। ਤੇ ਜੇ ਅੱਜ ਗੁਰੂ ਕੇ ਕੀਰਤਨੀਆ ਮਸਲਾ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਤੇ ਉਥੋਂ ਅਜੇ ਤੱਕ ਕੋਈ ਵੀ ਫੈਸਲਾ ਨਾ ਆਉਣਾ, ਇਹ ਕੱਲਾ ਗੁਰੂ ਕੇ ਕੀਰਤਨੀਆਂ ਨਾਲ ਨਹੀਂ ਗੱਲ ਜੁੜਦੀ, ਪੂਰੇ ਵਰਲਡ ਨਾਲ ਜੁੜੇਗੀ। ਲੋਕ ਸੋਚਣਗੇ ਵੀ ਜੇ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ, ਸਾਨੂੰ ਇਨਸਾਫ ਕਿੱਥੋਂ ਮਿਲੇਗਾ। ਸੋ ਇਸ ਕਰਕੇ ਸਾਨੂੰ ਬੜੇ ਵਿਵੇਕ ਵਿੱਚੋਂ ਕੰਮ ਲੈਣਾ ਪੈਣਾ। ਇਸ ਵੇਲੇ ਮੈਨੇਜਮੈਂਟ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਸਾਡੇ ਲਈ ਸਿੰਘ ਸਾਹਿਬ ਦਾ ਅਹੁਦਾ ਵੀ ਬੜਾ ਸਤਿਕਾਰਯੋਗ ਹੈ ਤੇ ਸਾਡੇ ਲਈ ਗੁਰੂ ਕੇ ਕੀਰਤਨੀਆਂ ਦਾ ਅਹੁਦਾ ਵੀ ਬੜਾ ਸਤਿਕਾਰਯੋਗ ਹੈ। ਅਸੀਂ ਪੰਥ ਦਾ ਹਿੱਸਾ ਹਾਂ ਤੇ ਪੰਥ ਦਾ ਹਿੱਸਾ ਹੋਣ ਦੇ ਨਾਤੇ ਅਸੀਂ ਚਾਹੁੰਦੇ ਹਾਂ ਵੀ ਇਹ ਮਾਮਲਾ ਮੀਡੀਆ ਵਿੱਚ ਨਾ ਜਾਵੇ, ਇਹ ਮਾਮਲਾ ਅਕਾਲ ਤਖਤ ਸਾਹਿਬ ਤੋਂ ਹੀ ਸੁਨੇਹਾ ਆ ਜਾਵੇ। ਪਰ ਜਦੋਂ ਅਕਾਲ ਤਖਤ ਸਾਹਿਬ ਤੋਂ ਇੰਨੇ ਦਿਨਾਂ ਬਾਅਦ ਸੁਨੇਹਾ ਨਾ ਆਉਣਾ, ਤੇ ਫਿਰ ਕਿਤੇ ਨਾ ਕਿਤੇ ਇੱਕ ਖਾਮੋਸ਼ੀ ਕੁਝ ਬਿਆਨ ਕਰਦੀ ਹੈ। ਜ਼ਰੂਰੀ ਨਹੀਂ ਹੁੰਦਾ ਕਿ ਬੜਾ ਕੁਝ ਬੋਲਣ ਦੇ ਵਿੱਚੋਂ ਨਿਕਲਦਾ ਹੁੰਦਾ, ਕਈ ਵਾਰੀ ਖਾਮੋਸ਼ੀ ਵੀ ਬੜਾ ਕੁਝ ਬਿਆਨ ਕਰ ਜਾਂਦੀ ਹੈ। ਤੇ ਉਹ ਗੁਰੂ ਕੇ ਕੀਰਤਨੀ ਹੈ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਕੀਰਤਨ ਕਰਦੇ ਨੇ, ਜਿਨ੍ਹਾਂ ਦੇ ਸ਼ਬਦਾਂ ਨੂੰ ਸੁਣ ਕੇ ਆਵਾਜ਼ ਦੇ ਅਸੀਂ ਕਾਇਲ ਹੋ ਜਾਂਦੇ ਹਾਂ। ਮੈਂ ਤਾਂ ਬੜਾ ਹੈਰਾਨ ਹੁੰਦਾ ਵਾਂ, ਮਿੰਟੂ ਵੀਰ ਜੀ ਦੱਸ ਰਹੇ ਸਨ, ਕਹਿੰਦੇ ਕਿ ਦਿੱਲੀ ਦੀ ਧਰਤੀ ਤੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਵੀ ਕੀਰਤਨੀਆਂ ਨੂੰ ਪ੍ਰਸ਼ਾਦਾ ਅਸੀਂ ਛਕਾਉਣਾ ਹੈ, ਦੂਜੇ ਕਹਿੰਦੇ ਨਾ ਜੀ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ ਹੈ। ਇੰਨਾ ਮਾਨ ਸਨਮਾਨ ਹੋਵੇ ਤੇ ਉਹਨਾਂ ਨੂੰ ਨਿਆਂ ਨਾ ਮਿਲਣਾ। ਇਸ ਕਰਕੇ ਮੈਂ ਬੇਨਤੀ ਹੱਥ ਜੋੜ ਕੇ ਕਰਾਂਗਾ, ਲੰਮੇ ਸਮੇਂ ਬਾਅਦ ਸਾਨੂੰ ਐਸੇ ਸੂਝਵਾਨ ਜਥੇਦਾਰ ਮਿਲੇ ਨੇ ਜਿਹੜੇ ਬੜੇ ਦੂਰ ਅੰਦੇਸ਼ੀ ਨੇ, ਸਿਆਣੇ ਨੇ, ਸੁਲਝੇ ਨੇ, ਤੇ ਉਹ ਇਸ ਮਸਲੇ ਦੇ ਵਿੱਚ ਆਪ ਦਖਲ ਅੰਦਾਜ਼ੀ ਦੇਣ ਤੇ ਮੇਰੇ ਖਿਆਲ ਦੇ ਵਿੱਚ ਮਸਲਾ ਹੱਲ ਹੋ ਸਕਦਾ ਹੈ। ਘਰਾਂ ਦੇ ਵਿੱਚ ਬੜਾ ਕੁਝ ਹੋ ਜਾਂਦਾ, ਵੱਸਦਿਆਂ ਘਰਾਂ ਦੇ ਵਿੱਚ ਭਾਂਡੇ ਖੜਕਦੇ ਹੁੰਦੇ ਨੇ, ਪਰ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦੇ ਬੈਠ ਕੇ ਸਿਆਣੇ ਮਸਲਾ ਹੱਲ ਕਰਵਾ ਦਿੰਦੇ ਹੁੰਦੇ ਨੇ। ਇਹ ਮਸਲਾ ਅਕਾਲ ਤਖਤ ਸਾਹਿਬ ਤੋਂ ਹੱਲ ਹੋਵੇ, ਇਹ ਇੱਛਾ ਅਸੀਂ ਅਕਾਲ ਚੈਨਲ ਦੀ ਸਮੁੱਚੀ ਮੈਨੇਜਮੈਂਟ ਕਰਦੇ ਹਾਂ। ਤੇ ਇੱਕ ਗੱਲ ਜਿਹੜੀ ਵੀਰ ਜੀ ਨੇ ਕਹੀ ਹੈ ਉਹਦੇ ਨਾਲ ਵੀ ਆਪਾਂ ਥੋੜੀ ਜਿਹੀ ਸਾਂਝ ਪਾ ਲਈਏ। ਤੁਸੀਂ ਗੱਲ ਕਰ ਰਹੇ ਸੀ ਕਿ ਬੜੀ ਮਰਿਆਦਾ ਵਿੱਚ ਰਹਿ ਕੇ, ਬੜੇ ਸੰਜਮ ਦੇ ਵਿੱਚ ਰਹਿ ਕੇ, ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਇਹਨਾਂ ਨੇ ਮੀਡੀਆ ਤੋਂ ਵੀ ਇਹ ਗੱਲ ਪਾਸੇ ਰੱਖੀ। ਮੀਡੀਆ ਨੂੰ ਕਿਹਾ ਵੀ ਮਾਮਲਾ ਅਕਾਲ ਤਖਤ ਸਾਹਿਬ ਤੇ ਹੈ। ਪਰ ਜੀ ਮੇਰਾ ਸਵਾਲ ਹੈ, ਇਹਨਾਂ ਨੂੰ ਹੋਰ ਦਿਨ ਅਜੇ ਨਿਆਂ ਨਹੀਂ ਮਿਲਦਾ ਤੇ ਫਿਰ ਮੀਡੀਆ ਦੇ ਵਿੱਚ ਗੱਲ ਤੇ ਆਵੇਗੀ, ਫਿਰ ਤੇ ਕੁਦਰਤੀ ਹੈ। ਪਰ ਇੱਕ ਸਵਾਲ ਹੋਰ ਵੀ ਮੇਰੇ ਮਨ 'ਚ ਆ ਰਿਹਾ ਹੈ ਵੀ ਜਦੋਂ ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚ ਗਿਆ, ਉਸ ਤੋਂ ਬਾਅਦ ਵਿਚਲੇ ਪੀਰੀਅਡ ਦੇ ਅੰਦਰ SGPC ਦੀ ਇੱਕ ਕਮੇਟੀ ਕਹਿ ਲਓ ਜਾਂ ਸੂਝਵਾਨ ਸੱਜਣ ਕਹਿ ਲਓ, ਮੈਨੇਜਮੈਂਟ ਕਹਿ ਲਓ, ਉਹ ਸੱਦ ਕੇ ਤੇ ਦਬਾਉਣ ਦਾ ਯਤਨ ਕਰਦੇ ਕਿ ਇਹ ਠੀਕ ਹੈ ਕਿ ਅਕਾਲ ਤਖਤ ਸਾਹਿਬ ਤੋਂ ਸਰਵਉੱਚ ਹੋ ਗਏ ਹੋ। ਇਹ ਇਸ ਦੇ ਵਾਸਤੇ ਵੀ ਮੈਂ ਆਪ ਜੀ ਨੂੰ ਇਹ ਕੁਝ ਜਾਣਕਾਰੀ ਦੇ ਦਿਆਂ, ਥੋੜਾ ਜਿਹਾ ਜੋ ਮੈਨੂੰ ਜਾਣਕਾਰੀ ਹੈ। ਦੇਖੋ, ਜਦੋਂ ਇੱਕ ਧਿਰ ਮਰਿਆਦਾ 'ਚ ਰਹਿੰਦੀ ਏ ਤੇ ਦੂਸਰੀ ਧਿਰ ਦਾ ਵੀ ਫਰਜ਼ ਬਣਦਾ ਕਿ ਉਹ ਵੀ ਮਰਿਆਦਾ। ਪਹਿਲੀ ਗੱਲ ਤੇ ਉਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ? ਕੀ ਬਾਤ ਹੈ। ਪਹਿਲਾਂ ਤੇ ਇਹ ਪੁੱਛਿਆ ਜਾਣਾ ਚਾਹੀਦਾ ਵੀ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਇਹਨਾਂ ਨੂੰ ਸੱਦਣ ਦਾ, ਇਹਨਾਂ ਨੂੰ ਧਮਕਾਉਣ ਦਾ, ਇਹਨਾਂ ਨੂੰ ਡਰਾਉਣ ਦਾ। ਦੂਜੀ, ਮੈਂ ਪ੍ਰਬੰਧਕੀ ਢਾਂਚੇ ਦੇ ਉੱਤੇ ਇਸ ਕਰਕੇ ਸਵਾਲ ਕੀਤਾ। ਮੈਂ ਇੱਕ ਉਦਾਹਰਨ ਦੇ ਦੇਣਾ ਛੋਟੀ ਜੀ, ਕਿਉਂਕਿ ਇਸ ਵੇਲੇ ਪੰਥ ਨੂੰ ਜਾਣਕਾਰੀ ਹੋਣੀ ਚਾਹੀਦੀ ਏ ਕਿ ਇਹ ਬੜਾ ਕੁਝ ਦਬਾ ਜਾਂਦੇ ਨੇ, ਬੜਾ ਕੁਝ, ਪਰ ਲੇਕਿਨ ਜਦੋਂ ਇਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਬੜਾ ਕੁਝ ਖੁੱਲ ਕੇ ਬਾਹਰ ਆਏਗਾ। ਮੈਂ ਇੱਕ ਉਦਾਹਰਨ ਦੇ ਦੇਣਾ। ਦਰਬਾਰ ਸਾਹਿਬ ਦੇ ਮੈਨੇਜਰ ਆਏ ਜਵਾਹਰ ਸਿੰਘ ਜੀ, ਆਨੰਦਪੁਰ ਸਾਹਿਬ ਹੁੰਦੇ ਸੀ ਮੈਨੇਜਰ, ਉਹ ਇੱਥੇ ਦਰਬਾਰ ਸਾਹਿਬ ਦੇ ਮੈਨੇਜਰ ਬਣੇ। ਮੇਰੀ ਥੋੜੀ ਜਿਹੀ ਉਹਨਾਂ ਨਾਲ ਨੇੜਤਾ ਸੀ। ਉਹਨਾਂ ਦੀ ਤਬੀਅਤ ਬੜੀ ਖਰਾਬ ਹੋ ਗਈ। ਦਾਸ ਨੂੰ ਫੋਨ ਆਇਆ ਦਿੱਲੀ, ਉਹਨਾਂ ਦੇ ਬੇਟੇ, ਉਹਨਾਂ ਦੀ ਮਿਸੇਜ, ਪਰਿਵਾਰ ਉਹਨਾਂ ਦਾ ਲੈ ਕੇ ਆਏ। ਅਸੀਂ ਮੈਦਾਂਤਾ ਹਸਪੀਟਲ ਲੈ ਗਏ ਉਹਨਾਂ ਨੂੰ। 4 ਕੁ ਡਾਕਟਰ ਮੇਰੇ ਵੀ ਜਾਣਕਾਰ ਸੀ, ਮੈਂ ਕੋਈ ਉੱਥੋਂ ਦੀ ਸਿਫਾਰਿਸ਼ ਵੀ ਪਵਾਈ। 9 ਡਾਕਟਰਾਂ ਦੇ ਪੈਨਲ ਨੇ ਉਹਨਾਂ ਨੂੰ ਚੈੱਕਅਪ ਕੀਤਾ। ਉਹਨਾਂ ਨੇ ਕਿਹਾ, ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਬਈ ਇਹਨਾਂ ਦੀ ਹਾਲਤ ਜਿਹੜੀ ਹੈ ਇਹ ਹੁਣ ਠੀਕ ਨਹੀਂ ਹੈ। ਬਸ ਚਲੋ ਭਰੇ ਮਨ ਨਾਲ ਅਸੀਂ ਵੀ ਉਹਨਾਂ ਨੂੰ ਕਿਹਾ ਬਈ ਹੁਣ ਜੋ ਨਹੀਂ ਹੋ ਸਕਦਾ। ਉਹ ਪਰਿਵਾਰ ਉਹਨਾਂ ਨੂੰ ਲੈ ਕੇ ਦਿੱਲੀ ਆ ਗਿਆ। ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੀ ਡੈਥ ਤੇ ਮੈਂ ਦਿੱਲੀ ਤੋਂ ਸੰਸਕਾਰ ਤੇ ਪਹੁੰਚਿਆ। ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਸਥਾਨ ਹੈ, ਉਹਦੇ ਸਾਹਮਣੇ ਸ਼ਮਸ਼ਾਨ ਘਾਟ ਹੈ। ਮੈਂ ਪ੍ਰਬੰਧਕੀ ਢਾਂਚੇ ਨੂੰ ਇਹ ਕਹਿਣਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਬਈ ਇਹ ਗੱਲਾਂ ਬੜੀਆਂ ਮਾੜੀਆਂ ਵਾਪਰ ਰਹੀਆਂ ਨੇ। ਜੋ ਰਾਗੀਆਂ ਨਾਲ ਹੋ ਰਿਹਾ ਹੈ, ਜੋ ਕਥਾਵਾਚਕਾਂ ਨਾਲ ਹੋ ਰਿਹਾ ਹੈ, ਜੋ ਕੁਝ ਮੈਨੇਜਮੈਂਟ ਕਰਦੀ ਹੈ, ਨਹੀਂ ਕਰਨਾ ਚਾਹੀਦਾ। ਮੈਂ ਉੱਥੇ ਆਪਣੇ ਕੰਨਾਂ ਨਾਲ ਸੁਣਿਆ, ਆਪਣੀਆਂ ਅੱਖਾਂ ਨਾਲ ਦੇਖਿਆ। ਇੱਕ
ਪੁਰਾਣੀ ਚਲਾ ਗਿਆ ਸਾਡੇ। ਮੇਰੀ ਜ਼ਿੰਮੇਵਾਰੀ ਲੱਗੀ ਵੀ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਟੈਲੀਆ ਮੈਨੇਜਰ ਹੈ ਉੱਥੇ ਦਾ, ਤੇ ਮੈਂ ਉੱਥੋਂ ਗੁੜਗਾਵਾਂ ਗੱਡੀ 'ਚ ਨਾਲ ਲੈ ਕੇ ਉਹਨਾਂ ਨੂੰ ਗਿਆ ਉਹਨਾਂ ਦੇ ਇਲਾਜ ਵਾਸਤੇ। ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ ਕੂਕਰ ਹੋਣ ਦੇ ਨਾਤੇ ਆਪਣੀ ਡਿਊਟੀ ਨਿਭਾਈ ਜੀ। ਉਸ ਬੰਦੇ ਦੇ ਸੰਸਕਾਰ ਦੇ ਉੱਤੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦਾ ਕੋਈ ਦਮਾਦ ਹੈ, ਉਸ ਨੂੰ ਕੋਈ ਮੇਰੇ ਖਿਆਲ ਨਾਲ ਸਸਪੈਂਡ ਕਰ ਦਿੱਤਾ ਗਿਆ ਸੀ। ਕੋਈ ਇਹੋ ਜਿਹੀ ਗੱਲ ਹੋਈ ਸੀ ਕਿ ਉਹਨਾਂ ਨੇ ਕੋਈ ਫੜ ਲਿਆ, ਕੁਝ ਹੋਇਆ, ਕੁਝ ਮੈਨੂੰ ਨਹੀਂ ਪਤਾ। ਇਹ ਉਹ ਦੱਸਣਗੇ ਪ੍ਰਬੰਧਕ ਕਮੇਟੀ ਵਾਲੇ, ਸ਼੍ਰੋਮਣੀ ਕਮੇਟੀ ਦੱਸੇਗੀ। ਮੈਂ ਇਹ ਕਹਿਣਾ ਚਾਹ ਰਿਹਾ ਵੀ ਮੈਂ ਸੰਸਕਾਰ ਤੇ ਆਇਆ, ਮੈਂ ਭਰੇ ਮਨ ਨਾਲ ਦਿੱਲੀ ਪਰਤ ਕੇ ਗਿਆ ਵੀ ਉੱਥੇ ਇਹ ਹੋ ਰਿਹਾ ਸੀ ਕਿ ਜਥੇਦਾਰ ਜੀ ਉੱਥੇ ਵੀ ਕਹਿ ਰਹੇ ਸੀ ਕਿ ਪਹਿਲੇ ਮੇਰੇ ਜਵਾਈ ਨੂੰ ਬਹਾਲ ਕਰੋ, ਨਹੀਂ ਤਾਂ ਮੈਂ ਆ ਬਿਆਨ ਦੇ ਦਿਆਂਗਾ, ਮੈਂ ਇਹ ਕੁਝ ਕਹਿ ਦਿਆਂਗਾ। ਮੈਂ ਇਹ ਗੱਲ ਹਰਪ੍ਰੀਤ ਜੀ, ਮੈਂ ਇਹ ਗੱਲ ਕਹਿਣਾ ਚਾਹ ਰਿਹਾ, ਮੈਂ ਇਸ ਵੇਲੇ ਦੇ ਜਥੇਦਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹ ਰਿਹਾ, ਤੁਹਾਡੇ ਨਾਲ ਜਿਹੜਾ ਇਹ ਐਕਟਿੰਗ ਲਾਇਆ ਗਿਆ, ਐਕਟਿੰਗ ਜਥੇਦਾਰ ਲਗਾਇਆ ਗਿਆ, ਤੁਸੀਂ ਐਕਟਿੰਗ ਨਹੀਂ ਹੋ, ਤੁਸੀਂ ਕੌਮ ਦੇ ਹੀਰੋ ਹੋ, ਤੁਸੀਂ ਪੰਥ ਦੇ ਲੀਡਰ ਹੋ, ਪੰਥ ਦੀ ਅਗਵਾਈ ਕਰੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਹੈ, ਤੁਹਾਡਾ ਇਤਿਹਾਸ ਲਿਖਿਆ ਜਾਏਗਾ। ਮੈਂ ਇਸ ਕਰਕੇ ਬੇਨਤੀ ਕਰਦਾ ਵੀ ਉਸ ਵੇਲੇ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਪ੍ਰਬੰਧਕਾਂ ਨਾਲੇ ਕਹਿ ਰਹੇ ਸੀ ਮੇਰੇ ਜਵਾਈ ਨੂੰ ਬਹਾਲ ਕਰੋ, ਤੇ ਨਹੀਂ ਤਾਂ ਮੈਂ ਇਹ ਕਹਿ ਦਿਆਂਗਾ ਸਰਸੇ ਵਾਲੇ ਸਾਹਿਬ ਦੇ ਬਾਰੇ। ਜਾਂ ਕੋਈ ਵੀ ਡਿਸਕਸ਼ਨ ਹੋ ਰਹੀ ਸੀ, ਮੈਂ ਕੈਮਰੇ ਦੇ ਸਾਹਮਣੇ ਤੁਹਾਨੂੰ ਇਹ ਗੱਲਾਂ ਕਹਿ ਰਿਹਾ, ਮੱਖੂ ਸਾਹਿਬ ਸਾਡੀ ਕੌਮ ਦੇ ਉੱਤੇ ਤਰਸ ਖਾਵੇ ਇਹ ਪ੍ਰਬੰਧਕੀ ਢਾਂਚਾ, ਚਾਹੇ ਉਹ ਕੋਈ ਵੀ ਹੋਵੇ, ਸਭ ਨੂੰ ਪਤਾ ਹੈ ਕਿ ਚਾਬੀ ਕਿਹਦੇ ਹੱਥ 'ਚ ਹੈ, ਕੰਟਰੋਲ ਕਿਹਦੇ ਕੋਲ ਹੈ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਦੂਸਰੀ ਗੱਲ ਜਿਹੜੀ ਹੈ, ਜਿਵੇਂ ਹੁਣ ਆਪਾਂ ਜਥਿਆਂ ਦੀ ਗੱਲ ਕੀਤੀ ਵੀ ਇਹਨਾਂ ਤੇ ਮਰਿਆਦਾ ਦਾ ਖਿਆਲ ਰੱਖਿਆ, ਹਾਂਜੀ, ਪਰ ਮੈਨੂੰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਭਾਈ ਓਂਕਾਰ ਸਿੰਘ ਦੀ ਵੀਡੀਓ ਦੇ ਆਧਾਰ ਦੇ ਉੱਪਰ ਦਰਸ਼ਕੋ ਮੈਂ ਜਿੰਨੀ ਵੀ ਗੱਲ ਕਰਾਂਗਾ, ਜੋ ਚੀਜ਼ ਸਾਹਮਣੇ ਆਈ ਹੈ ਮੈਂ ਉਹ ਗੱਲ ਕਰਾਂਗਾ। ਜਿਹੜੀ ਚੀਜ਼ ਬੰਦ ਕਮਰੇ ਵਿੱਚ ਸਾਡੇ ਕੋਲ ਪਹੁੰਚੀ ਹੈ ਨਾ, ਮੈਂ ਉਹਨਾਂ ਬਾਰੇ ਗੱਲ ਨਹੀਂ ਕਰਾਂਗਾ, ਕਿਉਂਕਿ ਕੌਮ ਦਾ ਨੁਮਾਇੰਦਾ ਹੋਣ ਦੇ ਨਾਤੇ ਮੇਰਾ ਆਪਣਾ ਮਨ ਹੈ ਵੀ ਉਨੀ ਗੱਲ ਕਰਾਂ ਜਿੰਨੀ ਗੱਲ ਜਾਇਜ਼ ਹੈ। ਜੋ ਬੰਦ ਕਮਰਾ ਵਿੱਚ ਹੋ ਗਈ ਜਾਂ ਉਹ ਸਕਰੀਨ ਤੋਂ ਬਾਹਰੇ ਜੋ ਗੱਲਾਂ ਹੋਈਆਂ ਨੇ, ਆਈਆਂ ਬੜੀਆਂ ਸਾਡੇ ਕੋਲ ਵੀ ਨੇ, ਬਹੁਤ ਕੁਝ ਸਾਡੇ ਕੋਲੇ ਆਇਆ, ਮੋਬਾਈਲ ਭਰ ਜਾਂਦੇ ਨੇ, ਪਰ ਅਸੀਂ ਉਹ ਚੀਜ਼ਾਂ ਜਨਤਕ ਨਹੀਂ। ਪਰ ਇੱਕ ਬੇਨਤੀ ਹੈ, ਜਥਿਆਂ ਦੀ ਆਪਾਂ ਤਾਰੀਫ ਕੀਤੀ ਵੀ ਇਹ ਸਾਰੇ ਜਿਹੜੇ ਜਥੇ ਸੀ ਮਰਿਆਦਾ ਵਿੱਚ ਰਹੇ, ਸੰਜਮ ਵਿੱਚ ਰਹੇ, ਇਹ ਪੂਰਾ ਸੰਜਮ ਇਹਨਾਂ ਨੇ ਖੋਇਆ ਨਹੀਂ। ਪਰ ਐਸੀ ਕਿਹੜੀ ਗੱਲ ਬਣ ਗਈ ਸੀ ਉਹ ਕਿ ਇੱਕ ਵੀਰ ਆਇਆ, ਦਰਬਾਰ ਸਾਹਿਬ ਸਿੱਧਾ ਗਿਆ, ਭਾਈ ਓਂਕਾਰ ਸਿੰਘ ਨਾਲ ਬਹਿਸ ਹੋਈ, ਭਾਈ ਓਂਕਾਰ ਸਿੰਘ ਨੇ ਆਪਣੀ ਵੀਡੀਓ ਵਿੱਚ ਕਿਹਾ ਵੀ ਉਹ ਸਾਰੀ ਜਿਹੜੀ ਵੀਡੀਓ ਹੈ ਜਨਤਕ ਕੀਤੀ ਜਾਵੇ, ਮੈਂ ਸੁਣਿਆ ਜੀ, ਉਹ ਜਨਤਕ ਕਰੋ। ਹਾਂ ਬਿਲਕੁਲ। ਉਹ ਹੁਣ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ, ਤਾਂ ਕਿ ਕੌਮ ਨੂੰ ਤੇ ਪਤਾ ਲੱਗੇ ਨਾ ਵੀ ਮਾਮਲਾ ਹੋਇਆ ਕੀ ਹੈ। ਇੱਕ ਗੁਰੂ ਕਾ ਕੀਰਤਨੀਆਂ, ਦੂਜੇ ਨੰਬਰ ਦੇ ਉੱਪਰ ਸਾਰੇ ਕਿ ਜਿਹੜੀ ਰਾਗੀ ਸਭਾ ਹੈ ਉਹਦੇ ਪ੍ਰਧਾਨ, ਜੇ ਉਹਨਾਂ ਨਾਲ ਇਸ ਤਰੀਕੇ ਨਾਲ ਗੱਲਬਾਤ ਹੋ ਰਹੀ ਹੈ ਤੇ ਆਪਾਂ ਅੰਦਾਜ਼ਾ ਲਾ ਕੇ ਦੇਖਾਂਗੇ ਵੀ ਬਾਕੀਆਂ ਦੇ ਨਾਲ ਦਰਬਾਰ ਸਾਹਿਬ ਤੋਂ ਬਾਹਰ ਕੀ ਹੁੰਦਾ ਹੋਵੇਗਾ। ਇੱਥੋਂ ਆਪਾਂ ਅੰਦਾਜ਼ਾ ਤਾਂ ਲਾ ਸਕਦੇ ਹਾਂ। ਜੇ ਇੱਕ ਸੰਜਮ ਦੇ ਵਿੱਚ ਨੇ ਤਾਰੀਫ ਕਰਦੇ, ਦੂਜੇ ਪਾਸੇ ਸੰਜਮ ਖੋਇਆ ਵੀ ਤੇ ਗਿਆ ਨਾ, ਹੁਣ ਤੱਕ ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਉਹਦੇ ਵਿੱਚ ਦੇਖੋ, ਮੈਂ ਇੱਕ ਛੋਟੀ ਜਿਹੀ ਇਤਿਹਾਸ ਦੇ ਵਿੱਚੋਂ ਇੱਕ ਘਟਨਾ ਲੈ ਲੈਣਾ। ਸੱਤਾ ਬਲਵੰਡ ਜੀ ਨੂੰ ਅਗਰ ਉਸ ਵੇਲੇ ਛੇਕਿਆ ਜਾਂਦਾ ਹੈ, ਗੁਰੂ ਪਾਤਸ਼ਾਹ ਬਚਨ ਕਰ ਦਿੰਦੇ ਨੇ ਵੀ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਵਾਸਤੇ ਇਹ ਬਚਨ ਕਹੇ ਨੇ, ਇਹਨਾਂ ਨੂੰ ਮਾਫ ਨਹੀਂ ਕਰਨਾ ਜੀ। ਪਰ ਉਸ ਵੇਲੇ ਅਗਰ ਭਾਈ ਲੱਦਾ ਜੀ ਵਰਗੇ ਸਨ ਤੇ ਅੱਜ ਵੀ ਹਨ, ਕੀ ਬਾਤ ਹੈ, ਮੈਂ ਅੱਜ ਵੀ ਕਹਿੰਦਾ ਅੱਜ ਵੀ ਹਨ, ਪਰ ਉਹ ਆਪਣਾ ਰੋਲ ਅਦਾ ਨਹੀਂ ਕਰ ਰਹੇ। ਭਾਈ ਲੱਦਾ ਜੀ ਆਪਣਾ ਜੋ ਗੁਰੂ ਨੇ ਬਚਨ ਕੀਤੇ, ਕੱਪੜੇ ਫਾੜੇ, ਮੂੰਹ ਕਾਲਾ ਕੀਤਾ, ਗਧੇ ਤੇ ਸਵਾਰ ਹੋ ਕੇ ਪਾਤਸ਼ਾਹ ਗੁਰੂ ਨਾਨਕ ਦਾ ਘਰ ਬਖਸ਼ਣ ਆ ਰਹੇ। ਭਾਈ ਲੱਦਾ ਜੀ ਵਰਗੇ ਅੱਜ ਵੀ ਮੌਜੂਦ ਨੇ। ਮੈਂ ਜਥੇਦਾਰ ਹਰਪ੍ਰੀਤ ਸਿੰਘ ਜੀ ਹੱਥ ਜੋੜ ਕੇ ਬੇਨਤੀ ਕਰਦਾ, ਇਤਿਹਾਸ ਜਗ੍ਹਾ ਉਹਨਾਂ ਨੂੰ ਦਿੰਦਾ ਹੈ। ਜੇ ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅੱਜ 21ਵੀਂ ਸਦੀ ਦਾ ਸਾਰੇ ਪਾਸਿਓਂ ਆਵਾਜ਼ਾਂ ਉੱਠ ਪਈਆਂ ਨੇ, ਅੱਜ ਤੇ ਹਿੰਦੂ ਵੀਰ ਵੀ ਕਹਿ ਰਹੇ ਨੇ ਕਿ ਅੱਜ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਸ ਧਰਤੀ ਤੇ ਆਉਣ ਤੇ ਸਾਡੀ ਇੱਜ਼ਤ ਪੱਤ ਬਚਾਉਣ। ਪਰ ਇਹ ਸਮਾਂ ਆਉਂਦਾ ਹੈ। ਮੈਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ, ਪ੍ਰਬੰਧਕੀ ਢਾਂਚਾ ਸਾਰਾ ਜ਼ਿੰਮੇਵਾਰ ਹੈ। ਜਿਹੜੇ ਧਮਕੀਆਂ ਦਿੰਦੇ ਨੇ, ਜਿਹੜੇ ਸੌਦੇਬਾਜ਼ੀਆਂ ਕਰਦੇ ਨੇ, ਜਿਹੜੇ ਇਹਨਾਂ ਕੋਲੋਂ ਪੈਸੇ ਲੈਂਦੇ ਨੇ, ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ। ਅੱਛਾ, ਇਹ ਵੀ ਕੰਮ ਹੁੰਦੇ ਆ? ਬਿਲਕੁਲ ਹੁੰਦੇ ਨੇ। ਮੈਨੂੰ ਗੋਲੀ ਮਾਰ ਦੇਣ ਜੀ, ਮੈਨੂੰ ਫਾਂਸੀ ਲਾ ਦੇਣ, ਮੈਂ ਬਿਲਕੁਲ ਸਾਫ਼ ਕਹਿ ਰਿਹਾ, ਕੈਮਰੇ ਦੇ ਸਾਹਮਣੇ ਕਹਿ ਰਿਹਾ। ਇਹ ਪੈਸੇ ਲੈਂਦੇ ਨੇ, ਕਥਾ ਦੇ ਪੈਸੇ ਲੈਂਦੇ ਨੇ, ਕੌਣ ਲੈਂਦੇ ਸਭ ਨੂੰ ਪਤਾ ਹੈ। ਅੱਛਾ ਜੀ, ਬਿਲਕੁਲ ਕਲੀਅਰ। ਮੈਂ ਕਹਿੰਦਾ ਮੈਨੂੰ ਇਹ ਗੱਲ ਵੈਸੇ ਨਾ ਮੈਂ ਮਿੰਟੂ ਵੀਰ ਜੀ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ। ਇਹ ਮਾਮਲਾ ਅੱਗੇ ਵੀ ਕਿਹਾ ਗਿਆ ਸੀ ਕਿਸੇ ਵੀਰ ਵੱਲੋਂ ਬਈ ਰਾਗੀ ਸਿੰਘਾਂ ਦੇ ਕੋਲੋਂ ਪੈਸੇ ਲਏ ਜਾਂਦੇ ਨੇ ਡਿਊਟੀਆਂ ਦੇ, ਪਰ ਮੈਨੂੰ ਬੜਾ ਮਹਿਸੂਸ ਹੋਇਆ ਸੀ। ਮੈਂ ਸੋਚਦਾ ਹੁੰਦਾ ਸੀ ਵੀ ਐਸਾ ਕਿਵੇਂ ਹੋ ਸਕਦਾ, ਕੋਈ ਐਡੀ ਵੱਡੀ ਮਿਸਟੇਕ ਕਿਵੇਂ ਕਰ ਸਕਦਾ ਹੈ। ਮੈਂ ਇੱਕ ਉਦਾਹਰਨ ਦੇ ਦਿੰਦਾ ਛੋਟੀ ਜੀ। ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਮੈਂ ਅਗਰ ਬੰਦਾ ਜਿਹਨੇ ਪੈਸੇ ਦੇ ਕੇ ਮੰਜੀ ਸਾਹਿਬ ਕਥਾ ਲਈ ਹੋਵੇ, ਕਿਆ ਉਹ ਕਥਾ ਜਿਨ੍ਹਾਂ ਨੇ ਦਿੱਤੀ ਏ ਉਹ ਕਿਆ ਸਜ਼ਾ ਕਬੂਲ ਕਰਦੇ ਨੇ? ਨਹੀਂ ਤਾਂ ਮੈਨੂੰ ਫਾਂਸੀ ਲਾ ਦਿੱਤੀ ਜਾਏ, ਮੈਨੂੰ ਗੋਲੀ ਮਾਰ ਦਿੱਤੀ ਜਾਏ। ਕਿਆ ਇਸ ਗੱਲ ਨਾਲ ਸਹਿਮਤ ਨੇ? ਦੂਸਰੀ ਗੱਲ,
ਇਹ ਉਹ ਦਰ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਜਿੱਥੇ ਕੋਤਕ ਵਰਤਦੇ ਨੇ, ਜਿੱਥੇ ਕੋਤਕ ਹੁੰਦੇ ਨੇ। ਅੱਜ ਜਿਹੜੇ ਲੀਡ ਕਰ ਰਹੇ ਨੇ ਪੰਥ ਦੀ ਅਗਵਾਈ, ਸ਼ਹੀਦਾਂ ਦੀ ਜਥੇਬੰਦੀ ਦੇ ਪ੍ਰਧਾਨ ਕਹਿ ਰਹੇ ਨੇ ਆਪਣੇ ਆਪ ਨੂੰ, ਮੈਂ ਨਾਮ ਲੈ ਰਿਹਾ ਉਹਨਾਂ ਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਤੁਸੀਂ ਰਾਜ ਕਰੋ ਹਿੰਦੁਸਤਾਨ ਤੇ, ਤੁਸੀਂ ਰਾਜ ਕਰੋ ਪੰਜਾਬ ਤੇ। ਮੈਂ ਹੱਥ ਜੋੜ ਕੇ ਸਾਰੇ ਪੰਥ ਵੱਲੋਂ ਤੁਹਾਨੂੰ ਬੇਨਤੀ ਕਰ ਰਿਹਾ, ਇਸ ਦਰਬਾਰ ਦੇ ਵਿੱਚ ਇੰਟਰਫੇਅਰ ਨਾ ਕਰੋ, ਇਹਦਾ ਅੰਤ ਬੜਾ ਮਾੜਾ ਹੋਏਗਾ। ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ, ਮੁਕਤਸਰ ਸਾਹਿਬ ਚਲੇ ਜਾਓ, ਦਾਤਨ ਸਾਹਿਬ ਗੁਰਦੁਆਰੇ ਦਰਸ਼ਨ ਕਰੋ, ਤੁਹਾਡੀ ਪਿਕਚਰ ਤੁਹਾਡੇ ਸਾਹਮਣੇ ਆ ਜਾਏਗੀ। ਗੁਰੂ ਦੇ ਨਾਲ ਪਿੱਠ ਤੇ ਵਾਰ ਕਰਨ ਵਾਲੇ ਪਾਤਸ਼ਾਹ ਨੇ ਕਹਿਤਾ, ਗੁਰੂ ਨੇ ਕਹਿਤਾ ਜੁੱਤੀਆਂ ਪੈਂਦੀਆਂ ਤੈਨੂੰ ਅੱਜ ਤੱਕ ਪੈਂਦੀਆਂ ਨੇ। ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿਤੇ ਇਹੋ ਜਿਹੇ ਹਾਲਾਤ ਨਾ ਬਣ ਜਾਣ। ਮੈਂ ਇਸੇ ਕਰਕੇ KPS ਗਿੱਲ ਦੀ ਉਦਾਹਰਨ ਦਿੱਤੀ ਹੈ। ਇੱਥੇ ਬੜਾ ਕੁਝ ਪਿਆ ਜੇ ਗੁਰੂ ਰਾਮਦਾਸ ਪਾਤਸ਼ਾਹ ਦੇ ਜੇ ਘਰ ਆਪਾਂ ਗੁਰੂ ਕੇ ਕੀਰਤਨੀਆਂ ਦਾ ਇਹ ਜਿਹੜਾ ਮਾਮਲਾ ਹੈ, ਤੁਹਾਡੇ ਮੁਤਾਬਕ ਇਹ ਮਾਮਲਾ ਸੋਲਵ ਕਿਵੇਂ ਹੋ ਸਕਦਾ? ਥੋੜੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਵੀ ਇਹ ਮਸਲਾ ਹੁਣ ਹੱਲ ਕਿਵੇਂ ਹੋ ਸਕਦਾ ਹੈ, ਵੀ ਇਹਦੇ ਵਿੱਚ ਜਥੇਦਾਰ ਸਾਹਿਬ ਆਪ ਸਿੱਧਾ ਰੋਲ ਅਦਾ ਕਰਨ ਜਾਂ ਮੈਨੇਜਮੈਂਟ ਕਰੇ? ਕਿਉਂਕਿ ਦੇਖੋ ਸਬਰ ਹੈ ਨਾ, ਹੁਣ ਜਥੇ ਸਬਰ ਕਰਕੇ ਬੈਠੇ ਨੇ। ਹੁਣ ਕੱਲ ਨੂੰ ਮੀਡੀਆ ਇਹਨਾਂ ਦੇ ਉੱਪਰ ਵੀ ਗੱਲ ਕਰੇਗਾ ਵੀ ਦੇਖ ਲਓ ਸਾਰੇ ਰਲੇ ਕਬੂਤਰ ਨੇ, ਬੋਲਦੇ ਇਹ ਵੀ ਨਹੀਂ ਪਏ ਨੇ, ਇਹਨਾਂ ਨੂੰ ਨਹੀਂ ਮਿਲਦਾ ਪਿਆ। ਆਖਰਕਾਰ ਸੰਜਮ ਤੇ ਖੋਣਗੇ ਨਾ ਇਹ ਵੀ, ਫਿਰ ਮੀਡੀਆ ਦੇ ਵਿੱਚ ਆਉਣਗੇ, ਫਿਰ ਸਾਰੇ ਪਤਾ ਕੀ ਗੱਲ ਚੱਲੇਗੀ। ਦੇਖੋ ਜੀ ਗੁਰੂ ਰਾਮਦਾਸ ਦੇ ਘਰ ਦੇ ਕੀਰਤਨੀਆਂ ਮੀਡੀਆ ਵਿੱਚ ਜਾ ਕੇ ਕੀ ਬੋਲਦੇ ਪਏ ਨੇ। ਵੀ ਹੁਣ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਵੀ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੂੰ ਤੇ ਜਥਿਆਂ ਨੂੰ ਇਕੱਠੇ ਬਿਠਾਇਆ ਜਾਵੇ, ਜੋ ਕੋਈ ਵੀ ਵਿਵਾਦ ਹੈ ਉਹ ਮਿਟਾਇਆ ਜਾਵੇ? ਬਿਲਕੁਲ ਜੀ। ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਸਿੱਧੀ ਦਖਲਅੰਦਾਜ਼ੀ ਕਰਨ? ਸਿੱਧੀ ਦੇਖੋ ਪਤਾ ਕੀ ਹੁੰਦਾ ਹੈ, ਮੈਂ 10 ਸਾਲ ਜਨਰਲ ਸੈਕਟਰੀ ਰਿਹਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਪਾਰਕ ਜੀ। ਉੱਥੇ ਵੀ ਅੱਜ 10 ਸਾਲ ਤੋਂ ਕਬਜ਼ਾ ਹੈ ਅਕਾਲੀ ਦਲ ਬਾਦਲ ਦਾ। ਜਗਦੀਪ ਸਿੰਘ ਕਾਲੋ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 10 ਸਾਲ ਤੋਂ ਕਬਜ਼ਾ ਕਰਕੇ ਬੈਠਾ ਹੈ। ਠੀਕ ਹੈ ਜੀ, ਬਦਮਾਸ਼ੀ ਹੈ ਨਾ। ਪਰ ਮੈਂ ਇਹ ਕਹਿਣਾ ਚਾਹ ਰਿਹਾ ਵੀ ਜਦੋਂ ਕੋਈ ਪ੍ਰਚਾਰਕ ਆਉਂਦਾ ਹੈ, ਦਾਸ ਵੱਲੋਂ ਫ੍ਰੀ ਹੈਂਡ ਹੁੰਦਾ ਸੀ ਕਿ ਤੁਸੀਂ ਕਥਾਵਾਚਕ ਕੀਰਤਨੀਏ ਜੋ ਕਰਨਾ ਚਾਹੋ ਤੁਸੀਂ ਆਪਣਾ ਗੁਰਮਤ ਦੇ ਆਧਾਰ ਤੇ ਕੀਰਤਨ ਕਰੋ, ਕਥਾ ਕਰੋ। ਕੋਈ ਦਾੜੀ ਰੰਗਦਾ, ਕੋਈ ਸ਼ਰਾਬ ਪੀਂਦਾ, ਉਹਨੂੰ ਬਿਲਕੁਲ ਜੋ ਤੁਸੀਂ ਵਿਚਾਰ ਰੱਖ ਸਕਦੇ ਹੋ ਰੱਖੋ। ਹੁਣ ਸਾਡੇ ਪ੍ਰਬੰਧਕ ਕਹਿੰਦੇ ਨੇ ਭਾਈ ਸਾਹਿਬ ਮੈਂ ਦਾੜੀ ਰੰਗਦਾ, ਕਿਤੇ ਉਹ ਜੀ ਕੋਈ ਗੱਲ ਨਾ ਕਰਨਾ। ਤੇ ਹੁਣ ਇੱਥੇ ਫੈਸਲਾ ਇੱਥੇ ਹੁਣ ਮੇਰਾ ਜਵਾਈ ਅਗਰ ਅੰਦਰ ਧਮਕੀ ਦੇ ਰਿਹਾ ਹੈ, ਅਗਰ ਮੈਂ ਆਪਣੇ ਜਵਾਈ ਨੂੰ ਨੌਕਰੀ ਉਹਦੀ ਬਹਾਲ ਕਰਾਉਣਾ ਚਾਹਨਾ ਤੇ ਫੈਸਲਾ ਕਿਵੇਂ ਜਥੇਦਾਰ ਕਰੇਗਾ? ਇਹ ਸਮੱਸਿਆ ਇਹ ਹੈ ਕਿ ਸਾਡੇ ਮੈਂ ਦੇਖੋ ਮੈਂ ਬਾਦਲ ਸਾਹਿਬ ਨੂੰ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ, ਉਹ ਇੱਕ ਦੇਖੋ ਐਡੇ ਮਸਲੇ ਪਏ ਨੇ ਸਾਡੇ ਸਾਹਮਣੇ। ਅੱਜ ਇੱਕ ਉਹ 4 ਵਿਆਹ ਕੀਤੇ ਨੇ ਉਹਨੇ, ਇਕਬਾਲ ਸਿੰਘ ਨੇ, ਉਹ ਸਿੱਧੇ ਤੌਰ ਤੇ ਕਹਿ ਰਿਹਾ ਲਵ ਕੁਸ਼ ਦੀ ਆਪਾਂ ਅਨਸਬੰਸ ਹਾਂ। ਤੇ ਜਥੇਦਾਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੀ ਗੱਲ ਬੰਦ ਹੋ ਗਏ? ਮੂੰਹ ਬੰਦ ਹੋ ਗਏ? ਤੁਹਾਨੂੰ ਕਿੰਨੇ ਕਿਹਾ ਵੀ ਨਹੀਂ ਬੋਲਣਾ? ਤੁਸੀਂ ਤਾਂ ਪ੍ਰਧਾਨ ਮੰਤਰੀ ਨੂੰ ਤਲਬ ਕਰ ਸਕਦੇ ਹੋ ਵੀ ਤੁਸੀਂ ਕਿਹੜੇ ਬਿਹਾਫ ਤੇ ਸਾਡੀ ਇਹ ਰਮਾਇਣ ਲਿਖ ਦਿੱਤੀ ਜੇ? ਅਸੀਂ ਕਿੱਥੋਂ ਕੱਢ ਕੇ ਲਿਆਈਏ? ਲੋਕੀ ਮੰਗਣਗੇ ਰਮਾਇਣ ਦਿਓ ਸਾਨੂੰ ਗੁਰੂ ਗੋਬਿੰਦ ਸਿੰਘ ਦੀ, ਅਸੀਂ ਘਰ ਪ੍ਰਕਾਸ਼ ਕਰਨਾ ਹੈ। ਮੈਂ ਕਹਿੰਦਾ ਲੋਕੀ ਕਹਿੰਦੇ ਨੇ ਲਿਆਓ ਭਾਈ ਗੁਰੂ ਗੋਬਿੰਦ ਸਿੰਘ ਦੀ ਰਮਾਇਣ ਦਿਓ, ਅਸੀਂ ਪ੍ਰਕਾਸ਼ ਕਰਨਾ ਹੈ। ਉੱਥੇ ਮੈਂ ਕੁਝ ਨਹੀਂ ਦਾਅਵਾ ਨਹੀਂ ਕਰ ਸਕਦਾ ਸਾਡੇ ਕੋਲ। ਤੁਸੀਂ ਸੋ ਦਿਲ ਦੀਆਂ ਗਹਿਰਾਈਆਂ ਤੁਸੀਂ ਤੁਹਾਡੇ ਧੰਨਵਾਦੀ ਹਾਂ ਸਰਦਾਰ ਸਾਹਿਬ, ਤੁਸੀਂ ਬੜੇ ਪਿਆਰ ਦੇ ਵਿੱਚ ਸਾਰੀਆਂ ਗੱਲਾਂ ਰੱਖੀਆਂ ਔਰ ਕਿਤੇ ਨਾ ਕਿਤੇ ਤੁਹਾਡੇ ਲਹਿਜੇ ਤੋਂ ਲੱਗਦਾ ਪਿਆ ਸੀ ਵੀ ਅੰਦਰ ਦਾ ਦਰਦ ਬੋਲਦਾ ਪਿਆ, ਤੁਸੀਂ ਨਹੀਂ ਬੋਲਦੇ ਪਏ। ਔਰ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਇਹੀ ਚਾਹਾਂਗੇ ਵੀ ਜਿਹੜੇ ਸਾਡੇ ਘਰ ਦੇ ਮਸਲੇ ਨੇ ਉਹ ਘਰ ਦੇ ਵਿੱਚ ਹੀ ਹੱਲ ਹੋ ਜਾਣ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਇਹ ਸੀ ਵੀਰ ਗੁਰਦੀਪ ਸਿੰਘ ਜੀ, ਮਿੰਟੂ ਵੀਰ ਜੀ, ਦਿੱਲੀ ਦੀ ਧਰਤੀ ਤੋਂ। ਅਸਲ ਦੇ ਵਿੱਚ ਮਿੰਟੂ ਵੀਰ ਜੀ ਕਰਕੇ ਹੀ ਲੋਕ ਜ਼ਿਆਦਾ ਜਾਣਦੇ ਨੇ, ਖਾਸ ਕਰਕੇ ਦਰਬਾਰ ਸਾਹਿਬ ਦੇ ਕਿਸੇ ਵੀ ਜਥੇ ਨੂੰ ਇਹਨਾਂ ਦਾ ਨਾਮ ਨਹੀਂ ਭੁੱਲਿਆ, ਨਾ ਕਿਸੇ ਕਥਾਵਾਚਕ ਨੂੰ ਭੁੱਲਿਆ, ਬੜਾ ਪਿਆਰ ਕਰਦੇ ਨੇ। ਔਰ ਇਹ ਗੱਲ ਆਮ ਕਹਿੰਦੇ ਹੁੰਦੇ ਨੇ ਕਿ ਮੇਰਾ ਘਰ ਨਹੀਂ ਹੈ, ਇਹ ਜਿਹਨੇ ਦਿੱਤਾ ਉਹਦਾ ਘਰ ਹੈ, ਮੈਂ ਤੇ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਵਾਂ। ਸੋ ਗੱਲ ਬੜੀ ਪਿਆਰੀਆਂ ਲੱਗਦੀਆਂ ਨੇ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੀ ਸਾਂਝ ਪਾ ਦਿਆਂ। ਇਹ ਗੱਲ ਅੱਗੇ ਵੀ ਇੱਕ ਵਾਰੀ ਹੋਈ, ਕਿਸੇ ਵੀਰ ਦੇ ਮੈਂ ਘਰ ਦੇ ਵਿੱਚ ਗਿਆ, ਮੈਨੂੰ ਕਹਿੰਦੇ ਭਾਈ ਸਾਹਿਬ ਆਪਾਂ ਪ੍ਰਸ਼ਾਦਾ ਛਕਦੇ ਹਾਂ, ਉੱਪਰ ਮੱਥਾ ਟੇਕ ਆਓ। ਮੈਂ ਕਿਹਾ ਅੱਛਾ ਤੁਸੀਂ ਆਪਣੇ ਘਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ? ਕਹਿੰਦੇ ਨਹੀਂ ਇੰਜ ਨਾ ਕਹੋ ਵੀ ਆਪਣੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ, ਕਹਿੰਦੇ ਘਰ ਹੀ ਗੁਰੂ ਸਾਹਿਬ ਦਾ ਤਰਸ ਕਰਕੇ ਉਹਨਾਂ ਨੇ ਸਾਨੂੰ ਰੱਖਿਆ ਹੋਇਆ। ਗੱਲ ਬੜੀ ਪਿਆਰੀ ਜੀ ਲੱਗੀ। ਔਰ ਕਿਤੇ ਨਾ ਕਿਤੇ ਗੱਲ ਛੋਟੀ ਜੀ ਹੁੰਦੀ ਹੈ, ਉਹ ਅੰਦਰ ਘਰ ਕਰ ਜਾਂਦੀ ਹੈ। ਸੋ ਭਾਈ ਸਾਹਿਬ ਨੇ ਬੜੇ ਸੋਹਣੇ ਅੰਦਾਜ਼ ਦੇ ਵਿੱਚ ਦੱਸਿਆ, ਇਹ ਗੁਰੂ ਕੇ ਕੀਰਤਨੀਆਂ ਦਾ ਬੜਾ ਸਤਿਕਾਰ ਕਰਦੇ ਨੇ। ਦਰਦ ਹੋਣ ਦੇ ਨਾਤੇ ਇਹਨਾਂ ਨੇ ਗੱਲ ਕੀਤੀ ਹੈ ਵੀ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਧੀ ਐਂਟਰੀ ਪਾ ਕੇ ਮਸਲਾ ਹੱਲ ਕਰਦੇ ਨੇ। ਔਰ ਮੇਰਾ ਵੀ ਮੰਨਣਾ ਇਹ ਹੈ ਜਥੇਦਾਰ ਸਾਹਿਬ ਦੀ ਸਿੱਧੀ ਐਂਟਰੀ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ। ਆਸ ਕਰਦੇ ਹਾਂ, ਕਿਉਂਕਿ ਸਾਨੂੰ ਕੌਮ ਦੀ ਐਸੀ ਅਗਵਾਈ ਦੀ ਜ਼ਰੂਰਤ ਹੈ ਔਰ ਸੋਝੀ ਰੱਖਣ ਵਾਲਿਆਂ ਦੀ। ਦੂਜੀ ਗੱਲ ਸਤਿਕਾਰਯੋਗ ਵੀਰ ਜੀ ਨੇ ਕੀਤੀ ਸੀ ਵੀ ਲੋਕ ਲੱਗ ਪਏ ਆਖਣ ਕਿ ਪ੍ਰਧਾਨ ਮੰਤਰੀ ਦਾ ਬਿਆਨ ਹੈ
ਕਿ ਇਸ ਤਰੀਕੇ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਗੋਬਿੰਦ ਰਾਮਾਇਣ ਲਿਆਓ ਅਸੀਂ ਆਪਣੇ ਘਰ ਦੇ ਵਿੱਚ ਰੱਖੀਏ। ਸੋ ਇੱਥੇ ਮੈਂ ਛੋਟੀ ਜਿਹੀ ਇੱਕ ਬੇਨਤੀ ਕਰਦੇ ਹਾਂ। ਪਹਿਲੀ ਗੱਲ ਤੇ ਇੱਥੇ ਕੌਮ ਦੇ ਵਿੱਚ ਦੋ ਵਿਚਾਰਾਂ ਚੱਲਦੀਆਂ ਨੇ, ਪਰ ਮੈਂ ਉਸ ਗੱਲ ਨੂੰ ਵੀ ਇੱਕ ਪਾਸੇ ਛੱਡ ਦਿਆਂ। ਮੇਰੇ ਗੁਰੂ ਪਾਤਸ਼ਾਹ ਜੀ ਨੇ ਕਾਫੀ ਵਿਦਵਾਨਾਂ ਦੇ ਕੋਲੋਂ ਕਾਫੀ ਗ੍ਰੰਥਾਂ ਦੇ ਉਲੱਥੇ ਕਰਵਾਏ। ਉਹਦਾ ਬੜਾ ਵੱਡਾ ਕਾਰਨ ਸੀ, ਕਿਸੇ ਵੇਲੇ ਵਿਦਿਆ ਪੜ੍ਹਨ ਦਾ ਅਧਿਕਾਰ ਇੱਕ ਫਿਰਕੇ ਨੂੰ ਹੁੰਦਾ ਸੀ, ਸ਼ੂਦਰ ਨੂੰ ਵਿਦਿਆ ਦਾ ਅਧਿਕਾਰ ਨਹੀਂ ਸੀ। ਪਾਤਸ਼ਾਹ ਕਹਿੰਦੇ ਸਾਰੇ ਗ੍ਰੰਥਾਂ ਦਾ ਉਲੱਥਾ ਕਰਵਾਓ, ਹਰ ਇੱਕ ਸਿੱਖ ਪੜ੍ਹੇ। ਜੇ ਕੱਲ ਨੂੰ ਕਿਸੇ ਨਾਲ ਤੂੰ ਡਿਬੇਟ ਕਰਨੀ ਹੈ ਤੇ ਤੈਨੂੰ ਆਪਣੇ ਗ੍ਰੰਥਾਂ ਦਾ ਗਿਆਨ ਤੇ ਹੋਵੇ, ਉਹ ਕਿੱਥੋਂ ਬੋਲਦਾ, ਤੇਰੇ ਕੋਲ ਇਹ ਵੀ ਗਿਆਨ ਹੋਣਾ ਚਾਹੀਦਾ। ਮੇਰੇ ਗੁਰੂ ਪਾਤਸ਼ਾਹ ਜੀ ਸਿੱਖ ਨੂੰ ਬੜਾ ਵੱਡਾ ਵਿਦਵਾਨ ਬਣਾਉਣਾ ਚਾਹੁੰਦੇ ਨੇ, ਹਰ ਭਾਸ਼ਾ ਦਾ ਗਿਆਨ ਚਾਹੁੰਦੇ ਨੇ ਕਿ ਸਿੱਖ ਦੇ ਕੋਲ ਹੋਵੇ। ਸੋ ਇਸ ਕਰਕੇ ਇਸ ਤਰੀਕੇ ਦੀਆਂ ਜੋ ਗੱਲਾਂ ਪਿਛਲੇ ਸਮੇਂ ਦੇ ਵਿੱਚ ਆਈਆਂ ਨੇ, ਮੈਂ ਉਹਨਾਂ ਗੱਲਾਂ ਨੂੰ ਮੂਲੋਂ ਰੱਦ ਕਰਦਾ ਹਾਂ। ਮੇਰੇ ਗੁਰੂ ਪਾਤਸ਼ਾਹ ਜੀ ਦੀ ਸੋਚ ਦਾ ਪੱਧਰ ਕਿੱਥੇ ਹੈ, ਇਹ ਸਾਨੂੰ ਕਿਸੇ ਜਥੇਦਾਰ ਨੂੰ ਪੁੱਛਣ ਦੀ ਲੋੜ ਨਹੀਂ, ਸਾਬਕਾ ਨੂੰ, ਤੇ ਨਾ ਹੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛਣ ਦੀ ਲੋੜ ਹੈ। ਅਸੀਂ ਆਪਣੇ ਗੁਰੂ ਦੇ ਅੱਗੇ ਹੱਥ ਜੋੜ ਕੇ ਪੁੱਛਾਂਗੇ, ਪਾਤਸ਼ਾਹ ਤੁਸੀਂ ਸਾਨੂੰ ਕਹਿਣਾ ਕੀ ਚਾਹੁੰਦੇ ਹੋ। ਸੋ ਬੇਅੰਤ ਭੁੱਲਾਂ ਦੀ ਖਿਮਾ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਕਿਸੇ ਹੋਰ ਸ਼ਖਸੀਅਤ ਨਾਲ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।